ਸਰਬ ਕਲਾ ਸਮਰੱਥ ਚਾਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਤੇਗ ਦੇ ਧਨੀ ਤੇ ਤਿਆਗ ਦੀ ਮੂਰਤ, ਜਿਨ੍ਹਾਂ ਨੇ ਧਰਮ ਦੀ ਰੱਖਿਆ ਦੇ ਲਈ ਸੀਸ ਦਿਆ ਪਰ ਸਿਰ ਨਾ ਦਿਆ, ਸ਼ਾਂਤੀ ਦੇ ਦੂਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਸੰਬੰਧ ਚੱਲ ਰਹੇ ਦੀਵਾਨ 'ਚ ਇਕੱਤਰ ਹੋਏ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਹੜੇ ਵੈਰਾਗ ਦੀ ਮੂਰਤ, ਤਿਆਗ ਦੇ ਸਰੂਪ ਸਨ, ਉਹਨਾਂ ਦਾ ਜਦੋਂ ਅਸੀਂ ਸਮੁੱਚਾ ਜੀਵਨ ਇਤਿਹਾਸ ਪਵਿੱਤਰ ਬਾਣੀ ਪੜ੍ਹਦੇ ਹਾਂ, ਜਿੱਥੇ ਹੋਰ ਬੇਅੰਤ ਗੁਣ ਉਹਨਾਂ ਦੀ ਸ਼ਖਸੀਅਤ ਵਿੱਚੋਂ ਨਜ਼ਰ ਆਉਂਦੇ ਨੇ, ਉੱਥੇ ਸਤਿਗੁਰੂ ਜੀ ਦੇ ਪਾਵਨ ਕੰਮਾਂ ਤੋਂ ਲੱਗਦਾ ਜਿਵੇਂ ਸਤਿਗੁਰੂ ਜੀ ਸਮੁੱਚੀ ਮਾਨਵਤਾ ਦੇ ਵਿੱਚ ਸ਼ਾਂਤੀ ਦੇ ਦੂਤ ਬਣ ਕੇ ਆਏ ਹੋਣ। ਬਚਪਨ ਤੋਂ ਉਹਨਾਂ ਦਾ ਇਤਿਹਾਸ ਪੜ੍ਹੀਏ। 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿੱਚ ਆਪ ਜੀ ਪ੍ਰਗਟ ਹੁੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪ ਜੀ ਛੋਟੇ ਪੁੱਤਰ ਸਨ। ਮਾਤਾ ਨਾਨਕੀ ਜੀ ਆਪ ਦੇ ਮਾਤਾ ਜੀ ਸਨ। ਇਤਿਹਾਸ ਕਹਿੰਦਾ ਕਿ ਬਚਪਨ ਤੋਂ ਬੜੇ ਗੰਭੀਰ ਰਹਿਣ ਵਾਲੇ, ਸ਼ਾਂਤ ਸੁਭਾਅ, ਜਦੋਂ ਥੋੜ੍ਹੇ ਸਿਆਣੇ ਹੁੰਦੇ ਨੇ, ਹਾਲਾਂਕਿ ਹੋਰ ਗੁਰੂ ਪੁੱਤਰ ਇੱਧਰ ਉੱਧਰ ਦੀਆਂ ਸਰਗਰਮੀਆਂ 'ਚ ਰਹਿੰਦੇ ਨੇ, ਸਾਖੀਕਾਰ ਲਿਖਦੇ ਕਿ ਕਈ ਦਿਨਾਂ ਬਾਅਦ ਉਹਨਾਂ ਗੁਰੂ ਕੀ ਹਜ਼ੂਰੀ 'ਚ ਆਉਣਾ, ਬੈਠੇ ਰਹਿਣਾ, ਬੋਲਣਾ ਨਹੀਂ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਗੱਲ ਕਹਿਣੀ, ਜਿੱਥੇ ਉਚੇਚਾ ਉਹਨਾਂ ਨੂੰ ਪਿਆਰ ਕਰਦੇ ਸਨ ਕਿ ਬੜੇ ਮਹਾਨ ਪੁਰਖ ਹੋਣਗੇ, ਇਹ ਕੋਈ ਵੱਡਾ ਕਾਰਨਾਮਾ ਕਰਨਗੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਜਿੱਥੇ ਆਪ ਜੀ ਨੂੰ ਰਹਿਣ ਦਾ ਬਹੁਤ ਚਿਰ ਮੌਕਾ ਮਿਲਿਆ। 1634 ਈਸਵੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਛੱਡਿਆ, ਮੁੜ ਕੇ ਅੰਮ੍ਰਿਤਸਰ 'ਚ ਨਹੀਂ ਗਏ। ਕੀਰਤਪੁਰ ਸਾਹਿਬ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਉਂਦੇ ਨੇ। ਗੁਰਤਾ ਗੱਦੀ ਦੀ ਦਾਤ ਗੁਰੂ ਹਰੇ ਸਾਹਿਬ ਜੀ, ਜੋ ਸਤਿਗੁਰੂ ਜੀ ਦੇ ਪੋਤਰੇ ਸਨ, ਉਹਨਾਂ ਨੂੰ ਦੇ ਦਿੰਦੇ ਨੇ। ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਬਕਾਲੇ ਨਗਰ 'ਚ ਆ ਜਾਂਦੇ ਨੇ। ਬਕਾਲੇ ਨਗਰ 'ਚ ਜਿੱਥੇ ਵਾਹਿਗੁਰੂ ਜੀ ਦੀ ਭਾਵ ਭਗਤੀ 'ਚ ਜੁੜੇ ਰਹਿੰਦੇ ਨੇ, ਉੱਥੇ ਆਪਣੀ ਕਿਰਤ ਵੀ ਕਰਦੇ ਸਨ, ਗੁਰਮਤਿ ਦਾ, ਗੁਰਬਾਣੀ ਦਾ ਪ੍ਰਚਾਰ ਵੀ ਕਰਦੇ ਸਨ। ਪਰ ਮੁੱਖ ਤੌਰ 'ਤੇ ਜੋ ਉਹਨਾਂ ਨੇ ਉੱਥੇ ਰਹਿ ਕੇ ਕੀਤਾ ਹੈ, ਉਸ ਵੇਲੇ ਜੋ ਮੁਲਕ ਦੇ ਹਾਲਾਤ ਸਨ, ਉਹਨਾਂ ਨੇ ਬੜੀ ਗੰਭੀਰਤਾ ਨਾਲ ਵਾਚਿਆ। ਧਾਰਮਿਕ ਤੌਰ 'ਤੇ, ਰਾਜਨੀਤਿਕ, ਸਮਾਜਿਕ ਤੌਰ 'ਤੇ ਜਿਸ ਬੰਨੇ ਆਪਣਾ ਮੁਲਕ ਜਾ ਰਿਹਾ ਸੀ। ਇਤਿਹਾਸ ਕਹਿੰਦਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇੱਕ ਬਚਨ ਕਹਿ ਕੇ ਕਿ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਆਪ ਸੰਭਾਲੇ, ਕਿ ਜਿਹੜੇ ਅਗਲੇ ਗੁਰੂ ਨੇ ਉਹ ਬਕਾਲੇ ਨਗਰ 'ਚ ਰਹਿੰਦੇ ਨੇ। ਬਕਾਲੇ ਨਗਰ 'ਚ ਆਪ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਵੀ ਮਿਲ ਗਈ, ਲੇਕਿਨ ਆਪਨੇ ਪ੍ਰਗਟ ਨਹੀਂ ਕੀਤਾ, ਅਡੰਬਰ ਨਹੀਂ ਕੀਤਾ। ਜਿਵੇਂ ਆਮ ਆਪਾਂ ਦੇਖਦੇ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ, ਲੋਕਾਂ ਨੂੰ ਦੱਸਿਆ ਜਾਂਦਾ ਹੈ, ਪਹਿਲਾਂ ਵਾਂਗੂ ਇਕਾਂਤ 'ਚ ਬੈਠੇ ਰਹੇ, ਬੜੇ ਸ਼ਾਂਤ ਸਰੂਪ ਟਿਕੇ ਰਹੇ। ਇਸ ਗੱਲ ਦਾ ਫਾਇਦਾ ਉਠਾਉਂਦਿਆਂ ਇੱਕ ਨਹੀਂ ਤਕਰੀਬਨ 22 ਧੀਰਮਲ ਵਰਗੇ ਬਣਾਉਟੀ ਗੁਰੂ ਆ ਕੇ ਬੈਠ ਗਏ ਕਿ ਗੁਰੂ ਅਸੀਂ ਹਾਂ, ਸੋਢੀਆਂ 'ਚੋਂ ਅਸੀਂ, ਹੱਕਦਾਰ ਅਸੀਂ ਹਾਂ। ਸੰਗਤਾਂ ਗੁੰਮਰਾਹ ਹੋਣ ਲੱਗੀਆਂ। ਸਤਿਗੁਰੂ ਜੀ ਬੜੇ ਸ਼ਾਂਤ ਨੇ। ਮੈਂ ਬੇਨਤੀ ਕੀਤੀ, ਸਤਿਗੁਰੂ ਜੀ ਦਾ ਇੱਕ ਸ਼ਾਂਤ ਸੁਭਾਅ, ਇਵੇਂ ਲੱਗਦਾ ਜਿਵੇਂ ਉਹ ਸ਼ਾਂਤੀ ਦੇ ਦੂਤ ਸਨ। ਭਾਵੇਂ ਉਹ ਤੇਗ ਦੇ ਧਨੀ ਨੇ, ਕਰਤਾਰਪੁਰ ਦੀ ਜੰਗ 'ਚ ਉਹਨਾਂ ਨੇ ਵੀਰਤਾ ਦੇ ਜੌਹਰ ਦਿਖਾਏ। ਉਹਨਾਂ ਦਾ ਨਾਮ ਵੀ ਤੇਗ ਬਹਾਦਰ ਸੀ। ਬਹਾਦਰ ਸਨ, ਯੁੱਧ ਵਿਦਿਆ ਉਹ ਜਾਣਦੇ ਸਨ, ਪਰ ਆਪ ਜੀ ਦਾ ਜੋ ਮਕਸਦ ਜਾਂ ਨਿਸ਼ਾਨਾ ਸੀ ਉਹ ਬੜਾ ਉੱਚਾ ਸੀ। ਇਤਿਹਾਸ ਕਹਿੰਦਾ ਕਿ ਜਿਸ ਵੇਲੇ ਭਾਈ ਮੱਖਣ ਸ਼ਾਹ ਜੀ ਲੁਬਾਣਾ ਬਕਾਲੇ ਨਗਰ ਵਿੱਚ ਆਉਂਦੇ ਨੇ, ਉਹਨਾਂ ਦੇਖਿਆ ਕਿ ਗੁਰੂ ਤਾਂ ਇੱਕ ਹੀ ਹੁੰਦੇ, ਬਾਈ ਨਹੀਂ ਹੋ ਸਕਦੇ, ਤੇ ਗੁਰੂ ਹੋਵੇਗਾ ਵੀ ਬਕਾਲੇ ਨਗਰ ਵਿੱਚ। ਗੁਰੂ ਦੀ ਦਿੱਤੀ ਮੱਤ ਰਾਹੀਂ ਉਹਨਾਂ ਨੇ ਇਹ ਗੱਲ ਪਰਖ ਲਈ ਕਿ ਜਿੰਨੇ ਲੋਕ ਅਡੰਬਰ ਕਰ ਰਹੇ ਨੇ, ਇਹ ਸਭ ਦਿਖਾਵਾ ਹੈ, ਪਖੰਡ ਹੈ, ਇਹਨਾਂ 'ਚ ਕੋਈ ਵੀ ਗੁਰੂ ਨਹੀਂ ਹੈ। ਭਾਈ ਮੱਖਣ ਸ਼ਾਹ ਲੁਬਾਣਾ ਨੇ ਸੱਚੇ ਸਤਿਗੁਰੂ ਜੀ ਨੂੰ ਲੱਭ ਲਿਆ। ਇਤਿਹਾਸ ਕਹਿੰਦਾ ਇੱਕ ਦਿਨ ਪੁੱਛਦੇ ਨੇ ਕਿਸੇ ਨੂੰ ਕਿ ਇੱਥੇ ਹੋਰ ਵੀ ਕੋਈ ਗੁਰੂ ਹੈ। ਕਿਸੇ ਨੇ ਦੱਸਿਆ ਇੱਥੇ ਤੇਗ ਬਹਾਦਰ ਜੀ ਰਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ, ਉਹ ਜ਼ਿਆਦਾ ਇਕਾਂਤ 'ਚ ਰਹਿੰਦੇ, ਸ਼ਾਂਤ ਰਹਿੰਦੇ ਨੇ। ਭਾਈ ਮੱਖਣ ਸ਼ਾਹ ਜੀ ਲੁਬਾਣਾ ਉਹਨਾਂ ਨੂੰ ਮਿਲਣ ਲਈ ਜਾਂਦੇ ਨੇ, ਗੁਰੂ ਕੇ ਦੀਦਾਰ ਕਰਦੇ ਨੇ।
ਗੁਰਬਾਣੀ ਦਾ ਇੱਕ ਬਚਨ, ਜਿਸ ਪੇਖਤ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਗੁਰੂ ਕੇ ਦੀਦਾਰ ਕਰਦਿਆਂ ਹੀ ਮੱਖਣ ਸ਼ਾਹ ਬੜੇ ਆਨੰਦ ਨਾਲ ਭਰ ਗਏ, ਸ਼ਾਂਤ ਹੋ ਗਏ। ਗੁਰੂ ਕੇ ਬਚਨ ਸੁਣੇ, ਮਨ ਦੀ ਤਸੱਲੀ ਹੋਈ। ਕੋਠੇ ਤੇ ਚੜ੍ਹ ਕੇ ਉਹਨਾਂ ਨੇ ਇੱਕ ਢੰਡੋਰਾ ਦੇਤਾ, ਭੁੱਲੀਏ ਸੰਗਤੇ ਗੁਰੂ ਲਾ ਦੋਰੇ। ਮੈਂ ਗੁਰੂ ਲੱਭ ਲਿਆ ਜੋ ਅਪਰ ਅਪਾਰ ਸਤਿਗੁਰੂ ਹੈ। ਬਸ ਇਹ ਗੱਲ ਸੁਣਨ ਦੀ ਦੇਰ ਸੀ, ਸੰਗਤਾਂ ਉਸ ਅਸਥਾਨ ਵੱਲ ਨੂੰ ਆਉਣ ਲੱਗ ਪਈਆਂ। ਭਾਈ ਮੱਖਣ ਸ਼ਾਹ ਜੀ ਨੇ ਬਾਹਰ ਤਿਆਰੀ ਕਰਾਈ, ਸਤਿਗੁਰੂ ਜੀ ਦਾ ਦੀਵਾਨ ਸਜਾਇਆ, ਸਤਿਗੁਰੂ ਜੀ ਆ ਕੇ ਇੱਥੇ ਬਿਰਾਜਮਾਨ ਹੋਏ। ਸੰਗਤਾਂ ਦਾ ਇਕੱਠ ਹੋ ਗਿਆ। ਬਾਕੀ ਤਾਂ ਉੱਠ ਕੇ ਚਲੇ ਗਏ, ਜਿਹੜੇ ਪਖੰਡ ਦੇ ਅੱਡੇ ਸਨ ਉੱਠ ਗਏ। ਇੱਕ ਨਾ ਧੀਰਮਲ ਆਪਣੇ ਆਪ ਨੂੰ ਬਹੁਤਾ ਦਾਅਵੇਦਾਰ ਸਮਝਦਾ ਸੀ। ਧੀਰਮਲ ਦੇ ਦਾਅਵੇਦਾਰ ਸਮਝਣ ਦਾ ਇੱਕ ਇਹ ਵੀ ਕਾਰਨ ਸੀ, ਗੌਰਮੈਂਟ ਦਾ ਉਹਨੂੰ ਥਾਪੜਾ ਸੀ। ਜਿੰਨੀਆਂ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਸਮੇਂ ਤੋਂ ਬਾਅਦ ਘਟਨਾਵਾਂ ਗੁਰੂ ਘਰ ਵਿੱਚ ਹੋਈਆਂ ਨੇ, ਉਹਦੇ ਮਗਰ ਉਸ ਵੇਲੇ ਦੀਆਂ ਗੌਰਮੈਂਟਾਂ ਨੇ ਪੂਰਾ ਦਖਲ ਦਿੱਤਾ। ਬਾਬਾ ਪ੍ਰਿਥੀ ਚੰਦ ਸੀ, ਬਾਬਾ ਧੀਰਮਲ ਸੀ, ਬਾਬਾ ਰਾਮ ਰਾਏ ਸੀ। ਕਿਉਂਕਿ ਇੱਕ ਬੰਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੰਗ ਹੋ ਰਹੀ ਹੈ, ਇੱਕ ਬੰਨੇ ਧੀਰਮਲ ਦੀ ਸ਼ਾਹਜਹਾਨ ਦੇ ਨਾਲ ਚਿੱਠੀ ਚੱਲ ਰਹੀ ਹੈ, ਔਰ ਸ਼ਾਹਜਹਾਨ ਨੂੰ ਬੜੀ ਵੱਡੀ ਜਗੀਰ ਵੀ ਦੇ ਦਿੰਦਾ ਕਰਤਾਰਪੁਰ ਦੇ ਵਿੱਚ। ਇਹਦਾ ਮਤਲਬ ਕਿ ਗੌਰਮੈਂਟਾਂ ਵੀ ਡਿਵਾਈਡ ਐਂਡ ਰੂਲ ਦੀ ਪਾਲਿਸੀ ਵਰਤਦੀਆਂ ਰਹੀਆਂ ਨੇ। ਧੀਰਮਲ ਨੇ ਆਪਣੇ ਬੰਦੇ ਭੇਜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਹਮਲਾ ਕਰ ਦਿੱਤਾ, ਗੋਲੀ ਚਲਾ ਦਿੱਤੀ। ਉਹ ਗੋਲੀ ਆਪ ਜੀ ਦੇ ਮੋਢੇ ਨੂੰ ਲੱਗੀ, ਥੋੜਾ ਜ਼ਖਮ ਹੋਇਆ, ਬਚਾਅ ਹੋ ਗਿਆ। ਔਰ ਸਤਿਗੁਰੂ ਜੀ ਦੇ ਅਸਥਾਨ ਤੇ ਜੋ ਸਮਾਨ ਸੀ ਉਹ ਲੁੱਟ ਕੇ ਲੈ ਗਏ, ਖੋਹ ਕੇ ਲੈ ਗਏ। ਮੱਖਣ ਸ਼ਾਹ ਜੀ ਨੂੰ ਪਤਾ ਲੱਗਦਾ ਹੈ, ਮੱਖਣ ਸ਼ਾਹ ਜੀ ਬੜੇ ਤਗੜੇ ਧਨਾੜ ਸਿੱਖ ਸਨ। ਉਹਨਾਂ ਸਮਿਆਂ 'ਚ ਉਹਨਾਂ ਦਾ ਟਾਪੂਆਂ 'ਚ ਵਪਾਰ ਚੱਲਦਾ ਸੀ, ਬਿਜ਼ਨਸ ਚੱਲਦਾ ਸੀ, ਬੇੜੇ ਚੱਲਦੇ ਸਨ। ਉਹਨਾਂ ਦੇ ਨਾਲ ਉਹਨਾਂ ਦੇ ਬਹੁਤ ਸਾਰੇ ਆਪਣੇ ਸਿਪਾਹੀ ਸਨ, ਫੌਜੀ ਸਨ। ਉਹ ਆਪਣੇ ਬੰਦਿਆਂ ਨੂੰ ਲੈ ਕੇ ਆਏ, ਧੀਰਮਲ ਦੇ ਡੇਰੇ ਤੇ ਗਏ, ਸਾਰਾ ਸਮਾਨ ਉਹਦਾ ਵੀ ਚੁੱਕ ਲਿਆ, ਉਹਦੇ ਬੰਦਿਆਂ ਨੂੰ ਬੰਨ੍ਹਿਆ, ਧੀਰਮਲ ਨੂੰ ਵੀ ਅੱਗੇ ਲਗਾਇਆ, ਸਤਿਗੁਰੂ ਜੀ ਦੇ ਅਸਥਾਨ ਤੇ ਆ ਗਏ। ਸਤਿਗੁਰੂ ਜੀ ਇਹ ਤੁਹਾਡੇ ਦੋਸ਼ੀ ਨੇ, ਜੋ ਹੁਕਮ ਕਰੋ ਇਹਨੂੰ ਸਜ਼ਾ ਦੇਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਾਂਤੀ ਦੀ ਤੇ ਤਿਆਗ ਦੀ ਗੱਲ ਅਸੀਂ ਕਰ ਰਹੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਬੜਾ ਕਾਤਲਾਨਾ ਹਮਲਾ ਹੋਇਆ ਹੈ, ਪਰ ਸਤਿਗੁਰੂ ਜੀ ਨੇ ਇੱਕ ਗੱਲ ਕੀ, ਮੱਖਣ ਸ਼ਾਹ ਇਹ ਲੋਕੀ ਆਏ ਸਾਡੇ ਅਸਥਾਨ ਤੋਂ ਸਭ ਕੁਝ ਚੁੱਕ ਕੇ ਲੈ ਕੇ ਚਲੇ ਗਏ, ਤੁਸੀਂ ਗਏ ਇਹਨਾਂ ਦੇ ਘਰ ਤੋਂ ਚੁੱਕ ਲਿਆਏ, ਦੋਵਾਂ 'ਚ ਫਰਕ ਕੀ ਰਹਿ ਗਿਆ? ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ, ਵਾਪਸ ਕਰ ਦਿਓ, ਸਾਨੂੰ ਕਿਸੇ ਹੋਰ ਵੀ ਚਾਹੀਦੀ, ਇਹਨਾਂ ਨੂੰ ਦੇ ਦਿਓ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਜਿਹੜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਆਪ ਲਿਖਵਾਈ ਸੀ, ਉਹ ਧੀਰਮਲ ਦੇ ਕੋਲ ਸੀ। ਮੱਖਣ ਸ਼ਾਹ ਜੀ ਉਹ ਵੀ ਚੁੱਕ ਲਿਆਏ ਸਨ। ਮੱਖਣ ਸ਼ਾਹ ਨੇ ਸੁਤੇ ਪੁੱਛਿਆ, ਸਤਿਗੁਰੂ ਜੀ ਇਹ ਪਵਿੱਤਰ ਸਰੂਪ ਜੋ ਗੁਰਬਾਣੀ ਦਾ, ਸਤਿਗੁਰੂ ਜੀ ਕਹਿੰਦੇ ਇਹ ਵੀ ਦੇ ਦਿਓ। ਧੱਕੇ ਨਾਲ ਲਿਆ ਹੋਇਆ ਅੰਮ੍ਰਿਤ ਵੀ ਜਿਹੜਾ ਹੈ ਨਾ, ਉਹ ਸੁਖਦਾਈ ਨਹੀਂ ਹੁੰਦਾ, ਦੇ ਦਿਓ, ਸਾਨੂੰ ਲੋੜ ਨਹੀਂ ਹੈ। ਸਤਿਗੁਰੂ ਜੀ ਸ਼ਾਂਤੀ ਚਾਹੁੰਦੇ ਨੇ, ਕਿਤੇ ਵੀ ਲੜਾਈ ਨਹੀਂ ਚਾਹੁੰਦੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਮੰਦਾ ਲਫ਼ਜ਼ ਨਹੀਂ ਉਹਨਾਂ ਨੂੰ ਬੋਲਿਆ, ਕੋਈ ਵਾਦ ਨਹੀਂ ਕੀਤਾ। ਹਾਲਾਂਕਿ ਆਪ ਮੌਕੇ ਤੇ ਗੁਰੂ ਸਨ, ਹਜ਼ਾਰਾਂ ਲੋਕੀ ਆਪ ਜੀ ਦੇ ਅੱਗੇ ਮਸਤਕ ਝੁਕਾਉਂਦੇ ਨੇ, ਹੁਕਮ ਮੰਨਦੇ ਨੇ। ਔਰ ਗੁਰੂ ਸਾਹਿਬ ਜੀ ਦੇ ਸਿੱਖ ਬੜੇ ਬੜੇ ਬਲਵਾਨ ਸਿੱਖ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਵਾਲੀ ਜਿਹੜੀ ਫੌਜ ਸੀ, ਉਹ ਜ਼ਿਆਦਾਤਰ ਉਸ ਵੇਲੇ ਤੱਕ ਹੈਗੀ ਸੀ, ਗੁਰੂ ਸਾਹਿਬ ਜੀ ਕੋ ਇਕੱਲੇ ਨਹੀਂ ਸਨ। ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਲ ਸੀ, ਗੁਰੂ ਹਰਿ ਸਾਹਿਬ ਜੀ ਦੇ ਨਾਲ ਸੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਉੱਠਦੇ ਨੇ, ਬੜੇ ਆਨੰਦ ਦੇ ਨਾਲ ਅੰਮ੍ਰਿਤਸਰ ਸਾਹਿਬ ਜੀ ਨੂੰ ਚੱਲ ਪੈਂਦੇ ਨੇ ਦਰਸ਼ਨ ਦੀਦਾਰ ਕਰਨ ਦੇ ਲਈ। ਇਤਿਹਾਸ ਕਹਿੰਦੇ ਜਦੋਂ ਅੰਮ੍ਰਿਤਸਰ ਪਹੁੰਚਦੇ ਨੇ ਤੇ ਅੰਮ੍ਰਿਤਸਰ ਜਿਹੜੇ ਉੱਥੇ ਪੁਜਾਰੀ ਸਨ, ਜਿਸ ਦਿਨ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੋਂ ਗਏ, ਉੱਥੇ ਸੇਵਾਦਾਰਾਂ ਨੂੰ ਸਤਿਗੁਰੂ ਜੀ ਨੇ ਉੱਥੋਂ ਦੀ ਸੇਵਾ ਦੇ ਦਿੱਤੀ। ਔਰ ਹੁਣ ਸੇਵਾਦਾਰ ਕਈ ਸਾਲਾਂ ਤੋਂ ਉੱਥੇ ਬੈਠੇ ਨੇ, ਉਹਨਾਂ ਦੀ ਪੂਜਾ ਪ੍ਰਤਿਸ਼ਠਾ ਚੱਲ ਰਹੀ ਹੈ। ਹੁਣ ਉਹਨਾਂ ਦੇ ਮਨ 'ਚ ਲਾਲਚ ਆ ਗਿਆ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਦਰ ਆ ਗਏ ਤੇ ਸਾਡਾ ਇਹ ਅੱਡਾ ਖੁੱਸ ਹੀ ਨਾ ਜਾਏ, ਸਾਡੀ ਤੇ ਰੋਜੀ ਰੋਟੀ ਬੰਦ ਹੋ ਜਾਏਗੀ। ਉਹਨਾਂ ਨੇ ਧਰਮ ਸਥਾਨ ਨੂੰ ਹੀ ਆਪਣੀ ਰੋਜੀ ਰੋਟੀ ਦਾ ਕਾਰਨ ਬਣਾ ਲਿਆ। ਦਰਸ਼ਨੀ ਡੋੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਨੇ, ਹਜ਼ਾਰਾਂ ਸੰਗਤਾਂ ਉਹਨਾਂ ਦੇ ਨਾਲ ਨੇ, ਪਰ ਉਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਕਿ ਇਹਨਾਂ ਨੂੰ ਅੰਦਰ ਨਹੀਂ ਆਉਣ ਦੇਣਾ। ਉਹਨਾਂ ਦੀ ਕੋਈ ਇਹੋ ਜਿਹੀ ਤਾਕਤ ਨਹੀਂ ਸੀ ਕਿ ਜਿਹੜੇ ਦਰਵਾਜ਼ੇ ਉਹ ਨਾ ਖੋਲ੍ਹਦੇ ਜਾਂ ਸਤਿਗੁਰੂ ਜੀ ਨਾ ਖੁਲਾ ਸਕਦੇ। ਸਤਿਗੁਰੂ ਜੀ ਸਭ ਕੁਝ ਕਰ ਸਕਦੇ ਸਨ, ਪਰ ਗੁਰੂ ਸਾਹਿਬ ਜੀ ਦਾ ਇੱਕ ਮਿਸ਼ਨ ਜਿਹੜਾ ਉਹ ਵੱਖਰਾ ਸੀ, ਪਕੜ ਉਹਨਾਂ ਦੇ ਮਨ 'ਚ ਕਿਤੇ ਨਹੀਂ ਸੀ। ਸਤਿਗੁਰੂ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ 'ਚ ਕਿਹਾ, ਹਰ ਖਸੋਕ ਜਾਕੇ ਨਹੀਂ ਬਹਿਰੀ ਮੀਤ ਸਮਾਨ। ਜਿਸ ਮਨੁੱਖ ਦੇ ਅੰਦਰ
आई चीज़ की कोई खुशी नहीं है, गई का कोई गम नहीं है, जिहदे लई वैरी मित्र बराबर ने। दरअसल मुक्त मनुख ते वो हुंदा है, मुक्ति का संबंध ऐस जिंदगी तो बाद नहीं है, मुक्ति ऐस जिंदगी विच है। वो मुक्ति है वैर विरोध तो, ईर्खा तो, चिंता तो, दुखों तो, बुराइयां तो, औगणा तो मुक्ति, इनू मुक्ति किया जाता है। पर धर्म की दुनिया च लारा मरण तो बाद लाया जाता है, नरोल। सतगुरु जी कहते मुक्त बंदा वो है जिहदे अंदर कोई हरख नहीं, सोग नहीं, खुशी नहीं, गमी नहीं। सतगुरु सच्चे पातशाह जी थड़ा साहिब जी के स्थान पर बैठते हैं, इत्थों उठ के वल्ले आ जाते हैं। भाई मक्खण शाह जी अपने साथियों नाल जाते हैं दरबार साहब, वो पुजारियों को घेर के ले आते हैं कि तुसीं अपनी मौत नूं वाजां क्यों मारते हो। सतगुरु सच्चे पातशाह जी आए हो, जो चाहण कर सकते हैं, अंदर भी आ सकते हैं, पर तुसीं रोक के ठीक नहीं किया। इतिहास कहना ये सतगुरु जी को आउंदे ने, खिमा मंगते हैं, पर सतगुरु जी ने फिर भी कोई इन्होंने माड़ा वचन नहीं किया, कोई बदले की भावना नहीं, कोई कब्जे की भावना नहीं। किड्डी वड्डी उन्हां दी त्याग बिरती है, क्योंकि दुनिया दियां मल्लां मारनियां, झगड़े करने उन्हां दी जिंदगी तक कोई मिशन नहीं है। वैसे तो गुरमत दा किते भी मिशन झगड़ा करना नहीं, पर जे कोई चढ़ के आ जाए तो चढ़ के आए नूं जवाब जरूर दिता है। वो गुरु तेग बहादुर साहब जी ने भी जंग लड़ी है करतारपुर की। सतगुरु जी इत्थों उठते हैं। हुण सतगुरु जी दे असीं उस स्वरूप नूं देखना कि सतगुरु जी किन्ने शांति का पैगाम लैके मनुखता लई आए ने। की चाहुंदे ने सतगुरु जी संसार दे अंदर। सतगुरु जी कीरतपुर साहिब आउंदे ने। कीरतपुर साहिब जी विच अनेकां पहलां गुरु परिवार दे गां बच्चे होर रहिंदे सन। सतगुरु जी ने इत्थे भी महसूस किया कि जे इत्थे रहे ईर्खा इत्थे भी हो सकती है, इस करके सतगुरु जी इत्थे भी नहीं रहे। इदों अगे आनंदपुर साहिब जिस स्थान पर इत्थे एक माखोवाल पिंड सी, बिलासपुर के राजे दीपचंद कोलों सतगुरु जी ने एक इलाका मुल लै लिया। सतगुरु जी ने अपना नगर वसा लिया। इत्थे बड़े आनंद के नाल सतगुरु सच्चे पातशाह जी रहन लग पे। गुरु साहिब जी का यह शांत सुभाव, रब की बंदगी विच जोड़ना, मनुखता नूं परमात्मा के प्यार में जोड़ना। और गुरु साहिब जी का मुख मकसद ये सी कि उस वेले दे जो राजनीतिक तौर पर हालात अपने मुल्क के बने हुए सन, कि जिहड़ा उस वेले का हाकम वर्ग सी वो इत्थों के लोगों को दबा रहा सी, इत्थों के धर्मी लोगों को दबा रहा सी, जुल्म कर रहा सी, धर्म मंदिरां नूं ढाया जा रहा सी, जबरदस्ती लोगों के धर्म तब्दील किए जा रहे सन। लोगों के मन च बड़ी निराशता सी। बहादुर वो नहीं हुंदा कि जिहड़ा केवल लड़ाइयां ही लड़े। बहादुर वो नहीं हुंदा कि जिहड़ा बड़ा तेगां दा धनी होए। बहादुर वो भी हुंदा है जिहड़ा निराश लोगों के अंदर जीवन का चाह पैदा कर देवे। गुरु तेग बहादुर साहब जी की समुची बाणी जदों तुसीं पढ़ोगे ना, गुरबाणी अंदर सतगुरु सच्चे पातशाह जी ने मनुखता के मनोबल नूं बड़ा चुकिया, लोकां चों निराशता नूं कट्टण दे लई, लोकां च जीवन का चाह पैदा करन दे लई, स्वैमान पैदा करन दे लई, सैल्फ रिस्पैक्ट पैदा करन दे लई सतगुरु जी ने भरपूर बाणी बख्शिश की। सतगुरु जी के 57 श्लोक ने, 59 शब्द ने गुरु ग्रंथ साहिब जी विच अंकित। उन्होंने पढ़ो। सतगुरु जी जदों आनंदपुर साहिब जी की धरती पर रह रहे हैं, सतगुरु जी ने उस वेले मुल्क के हालात देखे कि दुनिया बड़ी डरी हुई है, लोगों के मनां च सहम है। सतगुरु जी आनंदपुर साहिब च नहीं बैठे। देखो एक थां ते वखरे होकर बैठना गुरमत का मिशन नहीं है। किते भोरे च बैठे रहना, माला फेरी जानियां जां लुक के बंदगी करना, ये गुरमत का मिशन नहीं है। गुरमत का मिशन है इस मनुखी सभ्यता नूं उच्चियां करना, मनुखी समाज विचों बुराइयां नूं दूर करना। गुरु नानक साहिब जी की पवित्र बाणी कहती, जे तुसीं रब दीयां नज़रां च प्रवान होना चाहुंदे हो तो इको एक पैमाना विच दुनिया सेव कमाई है, तां दरगह बैसन पाई है, कहो नानक बाह लुढ़ाई है। फिर समाज विच रह के मनुखता की सेवा करिए। जे गुरु नानक साहिब जी ने माला ही फेरनी हुंदी ना, माफ़ करना, जिवें अज कल आपां माला दिखा के जां वंडियां जांदियां ने, तो फिर राए भोदी तलवंडी बड़ा वधिया थां सी एकांत विच बैठण दे लई। सतगुरु जी नूं कोई कमी नहीं सी, सतगुरु जी नूं कोई परेशानी नहीं सी, और इलाका बड़ा शांत सी। जे गुरु तेग बहादुर साहिब जी ने कली माला ही फेरनी हुंदी, फिर आनंदपुर साहिब बहुत वधिया जगह सी, एकांत, रौले रप्पे तो वखरी जगह। लेकिन मकसद गुरमत का ये नहीं सी। धर्म के अर्थ ने मनुखता चों बुराइयां नूं दूर करना। बचित्र नाटक वचन है कि जाए तहां ते धर्म चलाए, कबुद्ध करन ते लोक हटाए।
ਲੋਕਾਂ ਨੂੰ ਖੋਟੇ ਕੰਮਾਂ ਤੋਂ ਵਰਜਣਾ, ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਨਾ, ਜੇ ਜ਼ੁਲਮ ਹੋ ਰਿਹਾ ਉਸ ਜ਼ੁਲਮ ਦੇ ਵਿਰੁੱਧ ਬੋਲਣਾ, ਇਹ ਧਰਮੀ ਲੋਕਾਂ ਦਾ ਕੰਮ ਹੈ। ਜਦੋਂ ਧਰਮੀ ਲੋਕਾਂ ਕਹਿਣ ਜੀ ਅਸੀਂ ਮਾਲਾ ਹੀ ਫੇਰਨੀ ਹੈ, ਭਗਤੀ ਕਰਨੀ, ਅਸੀਂ ਕੀ ਕਰਨਾ ਹੈ, ਇਸ ਸੋਚ ਨੇ ਆਪਣੇ ਮੁਲਕ ਨੂੰ ਸਦੀਆਂ ਤੋਂ ਗੁਲਾਮ ਬਣਾਈ ਰੱਖਿਆ। ਸਦੀਆਂ ਤੋਂ ਇਸ ਸੋਚ ਨੇ ਕਿ ਤੁਸੀਂ ਇਕੱਲੀ ਮਾਲਾ ਫੇਰੀ ਜਾਓ ਜੀ, ਆਪਾਂ ਸਮਾਜ ਕੋਲੋਂ ਕੀ ਲੈਣਾ ਹੈ। ਮਨੁੱਖ ਇਕੱਲਾ ਮਨੁੱਖ ਨਹੀਂ ਹੈ, ਮਨੁੱਖ ਸਮਾਜਿਕ ਜੀਵ ਹੈ। ਮਨੁੱਖ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਸ ਸਮਾਜ ਨੂੰ ਅਸੀਂ ਵਧੀਆ ਕਿਵੇਂ ਬਣਾਉਣਾ, ਇਹ ਮਨੁੱਖ ਦੀ ਜ਼ਿੰਮੇਵਾਰੀ। ਇਹ ਨਹੀਂ ਕਿ ਅੱਖਾਂ ਮੀਟ ਕੇ ਬਹਿ ਜਾਓ, ਸਮਾਜ ਆਪੇ ਵਧੀਆ ਬਣ ਜਾਏਗਾ। ਔਰ ਇਹੀ ਕਾਰਨ ਹੈ ਕਿ ਸਦੀਆਂ ਤੋਂ ਹਮਲਾਵਰ ਆਉਂਦੇ ਰਹੇ, ਧਾਰਮਿਕ ਲੋਕ ਉਪਦੇਸ਼ ਦਿੰਦੇ ਰਹੇ, ਰੱਬ ਦੀ ਬੰਦਗੀ ਕਰੋ, ਮੱਥੇ ਟੇਕੀ ਜਾਓ, ਤੀਰਥਾਂ ਤੇ ਨਹਾਈ ਜਾਓ। ਉਹ ਲੋਕੀ ਆਉਂਦੇ ਧਰਮ ਸਥਾਨਾਂ ਨੂੰ ਵੀ ਲੁੱਟਦੇ ਰਹੇ। ਗਜਨਵੀ ਦੇ ਮੰਦਿਰ ਦੇ ਵਿੱਚੋਂ, ਸੋਮਨਾਥ ਦੇ ਮੰਦਿਰ ਵਿੱਚੋਂ ਗਜਨਵੀ ਨੇ ਅਰਬਾਂ ਰੁਪਈਆਂ ਦਾ ਧਨ ਉਹਨਾਂ ਸਮਿਆਂ 'ਚ ਲੁੱਟਿਆ। ਅਰਬਾਂ ਰੁਪਈਆਂ ਦਾ ਧਨ, ਕਈ ਮਣਾਂ ਦਾ ਤੇ ਸੋਨੇ ਦਾ ਸੰਗਲ ਹੀ ਸੀ ਜਿਹੜਾ ਉੱਥੇ ਲੱਗਾ, ਟੱਲ ਜਿਹਦੇ ਨਾਲ ਖੜਕਦਾ ਸੀ। ਔਰ ਹੀਰਿਆਂ ਦੇ ਨਾਲ, ਜਵਾਹਰਾਤਾਂ ਦੇ ਨਾਲ ਜੜਤ ਇੱਕ ਮੂਰਤੀ ਸੀ ਉੱਥੇ ਭਗਵਾਨ ਦੀ, ਉਹ ਲਾ ਕੇ ਲੈ ਕੇ ਚੱਲਦੇ ਬਣੇ। ਪੁਜਾਰੀ ਕਹਿੰਦੇ ਅਰਦਾਸ ਕਰੋ ਭਗਵਾਨ ਦੀ ਤੀਜੀ ਅੱਖ ਖੁੱਲੇਗੀ, ਇਹ ਅੰਨੇ ਹੋ ਜਾਣਗੇ। ਉਹ ਤੇ ਅੱਜ ਤੱਕ ਅੰਨੇ ਨਹੀਂ ਹੋਏ, ਪਰ ਭਗਵਾਨ ਦੀ ਮੂਰਤ ਤੋਂ ਲਾ ਕੇ ਲੈ ਗਏ। ਗੁਰਮਤਿ ਨੇ ਇੱਕ ਸੋਚ ਦਿੱਤੀ ਹੈ, ਸਮਾਜ ਵਿੱਚ ਜਿਉਣਾ ਤੇ ਡਰਨ ਦੀ ਲੋੜ ਨਹੀਂ ਹੈ। ਪੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਗਿਆਨਵਾਨ ਮਨੁੱਖ ਉਹ ਹੈ, ਧਰਮੀ ਮਨੁੱਖ ਉਹ ਹੈ ਜਿਹੜਾ ਨਾ ਕਿਸੇ ਕੋਲੋਂ ਡਰੇ ਤੇ ਨਾ ਕਿਸੇ ਨੂੰ ਡਰਾਏ। ਦੋ ਤਰ੍ਹਾਂ ਦੇ ਪ੍ਰਾਣੀ ਜਿਹੜੇ ਨੇ ਉਹ ਸਮਾਜਿਕ ਜੀਵਨ ਨੂੰ ਡਰਾਉਂਦੇ ਨੇ। ਇੱਕ ਰਾਜਨੀਤਿਕ ਲੋਕ ਡਰਾ ਕੇ ਰੱਖਣਾ ਚਾਹੁੰਦੇ ਨੇ, ਉਹ ਕੋਈ ਇਹੋ ਜਿਹੇ ਕਾਨੂੰਨ ਲੈ ਆਉਣਗੇ, ਕੋਈ ਇਹੋ ਜਿਹੀ ਪੁਲਿਸ ਦੇ ਰਾਹੀਂ, ਆਪਣੀ ਫੋਰਸ ਦੇ ਰਾਹੀਂ ਲੋਕਾਂ ਨੂੰ ਡਰਾ ਕੇ ਰੱਖਣਗੇ, ਕਿਉਂਕਿ ਉਹਨਾਂ ਦਾ ਰਾਜ ਭਾਗ ਚੱਲਦਾ ਰਹੇ, ਕੋਈ ਉਹਨਾਂ ਅੱਗੇ ਬੋਲਣ ਦੀ ਜ਼ਰੂਰਤ ਨਾ ਰੱਖੇ। ਦੂਜੇ ਧਰਮ ਦੀ ਦੁਨੀਆ 'ਚ ਕੁਝ ਲੋਕ ਨੇ ਜਿਹੜੇ ਕਰਾਮਾਤਾਂ ਦਾ ਨਾਂ ਲੈ ਕੇ ਡਰਾਈ ਚਲੇ ਜਾਂਦੇ ਨੇ। ਹਾਲਾਂਕਿ ਉਹਨਾਂ ਦੇ ਆਪਣੇ ਜੀਵਨ ਦੇਖੋ, ਉਹਨਾਂ ਦੀ ਆਪਣੀ ਜ਼ਿੰਦਗੀ 'ਚ ਕੋਈ ਕਰਾਮਾਤ ਨਹੀਂ ਹੁੰਦੀ, ਆਪ ਉਹਨਾਂ ਦਾ ਝੁੱਗਾ ਚੌੜ ਹੀ ਹੁੰਦਾ। ਲੇਕਿਨ ਸ਼ਰਧਾਲੂਆਂ ਨੂੰ ਕਹਿਣਗੇ ਆ ਕਰਾਮਾਤ ਵਰਤੇਗੀ, ਆ ਤੁਹਾਡੀ ਲੋੜ ਪੂਰੀ ਹੋ ਜਾਏਗੀ। ਗੁਰਬਾਣੀ ਕਹਿੰਦੀ ਕੋਈ ਤਲਵਾਰ ਨਾਲ ਡਰਾ ਲੇ, ਕੋਈ ਕਰਾਮਾਤ ਦੇ ਨਾਂ ਤੇ ਡਰਾ ਲੇ, ਦੋਵੇਂ ਇੱਕੋ ਜਿਹੇ ਨੇ। ਔਰ ਦੋਵਾਂ ਦਾ ਮਕਸਦ ਮਨੁੱਖਾਂ ਨੂੰ ਲੁੱਟਣਾ ਹੀ ਹੈ, ਸਮਾਜ ਨੂੰ ਲੁੱਟਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜਿਸ ਮਨੁੱਖ ਦੀ ਸਿਰਜਣਾ ਦੀ ਗੱਲ ਕੀਤੀ ਹੈ, ਉਹਦਾ ਸਰੂਪ ਹੈ ਕਿ ਭੈ ਕਾਹੂ ਕੋ ਦੇਤ ਨੈ ਨਹਿ ਪੈ ਮਾਨਤ ਆਨ। ਜੇ ਧਰਮ ਨਾਲ ਜੁੜ ਕੇ ਵੀ ਬੰਦਾ ਡਰਦਾ ਰਿਹਾ ਤੇ ਫਿਰ ਧਰਮ ਹੀ ਕਾਹਦਾ? ਧਰਮ ਨੇ ਤੇ ਰੱਬ ਦੇ ਪਿਆਰ 'ਚ ਜੁੜ ਕੇ ਲੋਕਾਂ ਦੇ ਅੰਦਰ ਨਿਰਭੈਤਾ ਪੈਦਾ ਕਰਨੀ ਹੈ, ਲੋਕਾਂ ਨੂੰ ਡਰ ਤੋਂ ਰਹਿਤ ਕਰਨਾ ਹੈ। ਰੱਬ ਦਾ ਨਾਮ ਲੈਂਦਿਆਂ ਵੀ ਬੰਦਾ ਡਰੇ ਤੇ ਫਿਰ ਤਾਂ ਰੱਬ ਕਾਹਦਾ? ਰੱਬ ਤਾਂ ਨਿਰਭਉ ਹੈ, ਰੱਬ ਤਾਂ ਨਿਰਵੈਰ ਹੈ। ਪਰ ਜੋ ਕੁਝ ਅਸੀਂ ਧਰਮ ਸਮਝਦੇ ਹਾਂ ਉਹ ਧਰਮ ਨਹੀਂ ਹੈ। ਜੇ ਧਰਮ ਹੋਏ ਤੇ ਧਾਰਮਿਕ ਲੋਕਾਂ 'ਚ ਲੜਾਈਆਂ ਨਾ ਹੋਣ। ਜੇ ਧਰਮ ਹੋਏ ਤੇ ਸਭ ਤੋਂ ਪਹਿਲਾਂ ਜਦੋਂ ਸਮਾਜ ਵਿੱਚ ਕੋਈ ਔਗਣ ਪਸਰਦਾ ਹੈ, ਧਰਮੀ ਲੋਕ ਸਭ ਤੋਂ ਪਹਿਲਾਂ ਆਉਣ। ਅਸੀਂ ਕਿਸੇ ਦੀ ਗੱਲ ਤਾਂ ਕਿੰਨੀ ਆਪਣੇ ਪੰਜਾਬ ਦੀ ਧਰਤੀ ਦੀ ਗੱਲ ਕਰ ਲਈਏ, ਸਾਡੇ ਆਲੇ ਦੁਆਲੇ ਹਜ਼ਾਰਾਂ ਅੱਡੇ ਨੇ ਧਰਮ ਦੇ, ਵੱਡੀਆਂ ਵੱਡੀਆਂ ਪ੍ਰਾਪਰਟੀਆਂ ਨੇ। ਫਿਰ ਅਸੀਂ ਇਹ ਗਿਲਾ ਕਿਉਂ ਕਰਦੇ ਕਿ ਸਾਡਾ ਸਮਾਜ ਨਿੱਘਰ ਰਿਹਾ ਹੈ, ਸਮਾਜ ਵਿੱਚ ਨਸ਼ੇ ਪਸਰ ਰਹੇ ਨੇ? ਪੁੱਛੋ ਉਹਨਾਂ ਧਰਮੀ ਲੋਕਾਂ ਨੂੰ ਕਿ ਤੁਹਾਡੀ ਡਿਊਟੀ ਕੀ ਹੈ? ਤੁਹਾਡੀ ਡਿਊਟੀ ਇਕੱਲੀ ਮੱਥੇ ਟਿਕਾਉਣ ਦੀ ਹੈ? ਤੁਹਾਡੀ ਡਿਊਟੀ ਲੋਕਾਂ ਦੀ ਕਿਰਤ ਨੂੰ ਲੁੱਟਣ ਦੀ ਹੈ ਕਿ ਹੋਰ ਵੀ ਕੋਈ ਹੈ? ਜਦੋਂ ਧਰਮੀ ਲੋਕ ਹੀ ਭ੍ਰਿਸ਼ਟ ਹੋ ਜਾਣ, ਗੁਰਬਾਣੀ ਕਹਿੰਦੀ ਹੈ ਥਾਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਦੁਨੀਆ ਉਦੋਂ ਡੁੱਬਦੀ ਹੈ ਜਦੋਂ ਧਰਮੀ ਤੇ ਧਾਰਮਿਕ ਲੋਕ ਭ੍ਰਿਸ਼ਟ ਹੋ ਜਾਣ, ਧਰਮ ਸਥਾਨਾਂ ਤੇ ਭ੍ਰਿਸ਼ਟਾਚਾਰ ਆ ਜਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਹਾਲਾਤ ਨੂੰ ਦੇਖ ਨਾ ਸਕੇ। ਸਤਿਗੁਰੂ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰ ਪਏ, ਪਿੰਡਾਂ 'ਚ ਵਿਚਰਦੇ ਹੋਏ। ਗੁਰੂ ਸਾਹਿਬ ਜੀ ਮਹਾਰਾਜ ਦਾ ਜਿਹੜਾ ਪਹਿਲਾ ਸਫ਼ਰ ਹੈ 1665 ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਕਰੀਬਨ 64 ਤੋਂ ਅੱਗੇ 65 ਵਿੱਚ ਸ਼ੁਰੂ ਕਰਦੇ, ਸਾਲ ਕੁ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਜੀ ਵਿੱਚ। 5.5 ਸਾਲ ਦਾ ਸਤਿਗੁਰੂ ਜੀ ਦਾ ਇਹ ਬੜਾ ਲੰਬਾ ਸਫ਼ਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਜਾਬ 'ਚ ਵਿਚਰਦੇ ਹੋਏ, ਹਰਿਆਣੇ ਯੂਪੀ 'ਚ ਵਿਚਰਦੇ, ਆਗਰਾ ਮਥੁਰਾ ਕਾਨਪੁਰ ਹੁੰਦੇ ਹੋਏ, ਸਤਿਗੁਰੂ ਜੀ ਬਨਾਰਸ ਹੁੰਦੇ ਹੋਏ ਇਸੇ ਤਰੀਕੇ ਨਾਲ ਪਟਨੇ ਦੀ ਧਰਤੀ ਤੇ ਜਾਂਦੇ ਨੇ। ਪਟਨੇ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਕਰੀਬਨ 1666 ਦੇ ਆਰੰਭ ਵਿੱਚ ਪਹੁੰਚਦੇ ਨੇ। ਇਸ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਿਵਾਰ ਨੂੰ ਛੱਡ ਦਿੰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਸਮਾਜ ਲਈ ਕਿੰਨੇ ਚਿੰਤਤ ਸਨ, ਜਾਂ ਸਮਾਜ ਦੇ ਪ੍ਰਤੀ ਉਹ ਕਿੰਨੇ ਜ਼ਿੰਮੇਵਾਰ ਸਨ, ਫਿਕਰਮੰਦ ਸਨ, ਇੱਥੋਂ ਦੇਖਣਾ ਪਏਗਾ। ਸਾਡੇ ਘਰ 'ਚ ਬੱਚੇ ਦੀ ਆਮਦ ਹੋਣੀ ਹੋਏ, ਪਤਾ ਹੋਏ ਕਿ ਬੱਚੇ ਦਾ ਜਨਮ ਹੋਣਾ, ਤੇ ਆਪਾਂ ਕਹਿੰਦੇ ਆਪਣੇ ਘਰ 'ਚ ਟਿਕਣਾ ਚਾਹੀਦਾ, ਬਾਹਰ ਨਹੀਂ ਜਾਣਾ ਚਾਹੀਦਾ। ਵੈਸੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ 'ਚ ਜੋ ਬੱਚੇ ਨੇ ਆਉਣਾ ਕਈ ਸਾਲਾਂ ਬਾਅਦ, ਵਿਆਹ ਤੋਂ ਕਈ ਸਾਲਾਂ ਬਾਅਦ, ਤਕਰੀਬਨ 25-30 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਹੋਇਆ ਮਾਤ ਗੁਜਰੀ ਜੀ ਦੇ ਘਰ।
इन्ना साल उਡੀਕ करनी होए किसी गृहस्थी नूं, बच्चे ने आउणा ते घरों बाहर थोड़ो जांदा है। लेकिन सतगुरु जी नूं सब तो प्यारी गल ये सी कि मनुखता दे दुख किवें दूर करने ने। सतगुरु जी नगरां पिंडां च लोकां नूं हौसला दिंदे होए, तुसीं गुरु की बाणी पढ़ोगे, सतगुरु तेग बहादुर साहब जी की समुची बाणी ज़्यादातर सतगुरु जी क्योंकि हिंदू तीर्थां दे विच रहे, सतगुरु जी ने हिंदू उदाहरणां पुराणां दीयां उदाहरणां दित्तियां ने, पुराणक गथावां विच सतगुरु जी ने अंकित कीतियां ने। क्योंकि गुरु साहब जी जिहो जे इलाके जांदे उहो जी बोली शब्दावली वरत के लोकां नूं समझाउंदे सन। जे सतगुरु जी मुसलमानां च जांदे ने मुसलमानां वाली शब्दावली है, अजराइल फरिश्ते की गल है, उत्थे बिस्त की गल है, दोजक की गल है। जे सतगुरु जी हिंदू तीर्थां ते जांदे ने उत्थे स्वर्ग की गल, धर्मराज की गल जां होर पुराणक गथावां दा हवाला सतगुरु जी ने दिता है। ये नहीं कि सतगुरु जी इन्हां गथावां दे कोई पुजारी ने। मसला सतगुरु जी का लोगों के अंदर मनोबल पैदा करने का सी, लोगों के अंदरों डर नूं कट्टण दा सी कि तुहानूं डरन की लोड़ नहीं है। गुरबाणी पढ़ो, सतगुरु सच्चे पातशाह जी किन्ने वार वार उपदेश दिंदे बाणी च कि पंचाली को राज सभा में राम नाम सुध आई, तां को दुख हरिओ करना मैं अपनी पैज वडाई। वो तुसी कहंदे हो कि द्रौपदी ते जदों बिपता आई राज दरबार अंदर उहदी बेपत्ती होण लगी, उहने रब नूं चेते कीता, रब ने उहदी पैज रख ली। जे एक इस्त्री रब नूं चेते करदी ते तुसी रब नूं चेते करोगे, तुहाडी पैज नहीं रखी जाएगी। सतगुरु जी कहंदे अजामल पापी जग जाने निमख माहे निस्तारा। तुसी कहंदे कि अजामल पापी सी, पंडित सी पापी, वो वेसवागामी हो गया, समाज ने उन्होंने तिरस्कार दिता कि यह पापी है। तुसी कहंदे उन्हें रब नूं चेते कीता तो पार उतारा हो गया। अजामल पापी जग जाने निमख माहे निस्तारा, नानक चाह कहत चेत चिंता मन तैं भी उतरे पारा। सतगुरु जी कहंदे तुसी भी रब नूं चेते करो। अटल भयो तू जाके सिमरन अर निरभय पद पाया, दुख हरता है बिद को स्वामी तह काहे बिसराया। तुसी कहंदे हो कि ध्रुव ने रब नूं चेते कीता ते उहनूं अटल पदवी मिल गई, ये पुराणक गथावां ने। ते सतगुरु जी कहंदे तुसी रब नूं चेते करोगे तुहानूं नहीं मिलेगी। सिर्फ यही कहने अटल ध्रुव ने चेते कीता, अजामल ने चेत कीता, तुसी भी परमात्मा नूं चेते करो। सतगुरु जी एक होर बड़ी सोहनी उदाहरण दिंदे ने। ये पुराणक कथा है कि कोई ब्राह्मण सी, विद्वान सी, उन्होंने कोई गुरु का श्राप मिलिया तो हाथी की जोन च आ गया। वो हाथी किते फस जाता है, पानी च खड़ा ओके तंदुए या मगरमच्छ के मूँह च आ जाता है, वो रब नूं चेते करता है। तो पुराणां च लिखिया कि रब नूं चेते करदे उहदे बंधन कट्टे जाते हैं। तो सतगुरु जी कहंदे तुसीं कहंदे जब ही शरण गही किरपा निज गज गराह ते छूटा। गज कहंदे ने हाथी नूं कि जदों हाथी ने रब नूं चेते कीता उहदे बंधन कट्टे गए, तो तुसीं भी रब नूं चेते करो, तुहाडे बंधन कट्टे जाणगे। नाराज़ क्यों हो? मनुख दा दुखांत है, धर्म ग्रंथां नूं पढ़दा भी है लेकिन धर्म ग्रंथां दी मनदा नहीं है। पाठ बड़े करदा है, आपां भी पाठ बड़े करदे गुरु ग्रंथ साहिब जी दे, असीं ते 31 51 लड़ियां लग जांदियां ने। हैरानी की गल है, इन्ने पाठ हुंदे ते समाज फिर साडा निगरदा चलिया जांदा है। इहदा मतलब सिर्फ पढ़िया ही जा रहा है, उन्होंने समझिया नहीं जा रहा, उन्होंने जानिया नहीं जा रहा। सतगुरु जी कहंदे वो परमात्मा के प्यार च जुड़ो। गुरु तेग बहादुर साहब जी ने अपनी बाणी राही इन थावां ते जाके लोकां नूं परमात्मा के प्यार जोड़िया। लोकां दे अंदर जिहड़ा डर सी उहनूं कट्टिया। वो जिंदगी अंदर डरन की लोड़ नहीं है, सारियां दा रखवाला एक परमात्मा है। मन रे प्रभ की शरण विचारो, एक परमात्मा का आसरा लो, हर को नाम सदा सुखदाई। वो परमात्मा का आसरा लो जिहड़ा सदा सुख देने वाले। गुरु साहिब जी केवल प्रचार ली नहीं गए, परोपकार ली भी गए। आनंदपुर साहिब तो लैके ढाके तक जिथे जिथे सतगुरु जी गए ने, कुछ मालवे का इलाका है, हरियाणे च निकल जाओ, मथुरा, आगरा, बनारस, अयोध्या हुंदे होए अगे पटने साहिब, पटना साहिब तो अगे ढाके तक का जिहड़ा सतगुरु जी का सफ़र है, तुसीं जाके देखोगे बहुत सारे खूह सतगुरु जी ने लवाए। जिथे पीण का पानी नहीं सी सतगुरु जी ने कोल लवाया। अजे तक पटनी च सतगुरु जी का एक खूह लग्या होया, गुरु साहिब का आप लवाया होया। मकसद सी सतगुरु जी का कि जिहड़ी संगतां माया लिआउंदियां सन, जिथे देखदे कि लोकां नूं पानी की कमी है, किते रहण की कमी है, किते सतगुरु जी ने बाग लगाए। और सतगुरु जी का मकसद इस समाज नूं वधिया बनाउण तो सी। गल मैं शुरू की, सतगुरु जी शांति के दूत सन, मनुखता शांति चाहुंदे सन। जिन्हां दिनां च गरीब नवाज सतगुरु जी आसाम के इलाके च विचरे ने। ये मुगलिया हुकूमत की ते आसाम के इलाके के राजियां की बड़े चिरां तो एक लड़ाई चल रही सी, बहुत खून डुल रहा सी उत्थे। मुगलिया हुकूमत के जिन्ने भी गए फौजां गईयां जां कमांडर गए, को घट ही उधरों बच के आया।
ਉਹਦਾ ਕਾਰਨ ਇੱਕ ਤੇ ਉਧਰ ਮੀਂਹ ਬਹੁਤ ਪੈਂਦਾ ਸੀ, ਮੱਛਰ ਆਦਿ ਮਲੇਰੀਏ ਦੇ ਨਾਲ ਬਿਮਾਰ ਹੋ ਜਾਂਦੇ ਸਨ ਲੋਕ। ਦੂਜਾ ਲੋਕਾਂ ਦੇ ਮਨਾਂ 'ਚ ਇੱਕ ਡਰ ਸੀ ਕਿ ਉਹ ਇਲਾਕੇ 'ਚ ਜਾਦੂ ਬੜਾ ਹੈ, ਉਧਰ ਦੇ ਜਾਦੂਗਰ ਬੜੇ ਮਸ਼ਹੂਰ ਨੇ। ਅਸੀਂ ਵੀ ਕਥਾ ਪੜ੍ਹਦੇ, ਭਾਈ ਮਰਦਾਨਾ ਜੀ ਗਏ ਤਾਂ ਉਹਨਾਂ ਨੂੰ ਭੇਡੂ ਬਣਾ ਲਿਆ, ਇਹ ਆਮ ਕਥਾ ਅਸੀਂ ਸੁਣਦੇ ਹਾਂ। ਰਾਜਾ ਰਾਮ ਸਿੰਘ ਦੀ ਡਿਊਟੀ ਲਗਾਈ ਔਰੰਗਜ਼ੇਬ ਨੇ। ਰਾਜਾ ਰਾਮ ਸਿੰਘ ਰਾਜੇ ਜੈ ਸਿੰਘ ਦਾ ਪੁੱਤਰ ਸੀ। ਰਾਜਾ ਰਾਮ ਸਿੰਘ ਜੀ ਦੀ ਡਿਊਟੀ ਦਰਅਸਲ ਇੱਕ ਸਜ਼ਾ ਵਜੋਂ ਲਗਾਈ ਗਈ, ਕਿਉਂਕਿ ਆਗਰੇ ਦੇ ਕਿਲੇ ਵਿੱਚੋਂ ਸ਼ਿਵਾਜੀ ਮਰੱਟਾ ਜਿਹੜੇ ਸਨ ਉਹ ਨਿਕਲ ਗਏ ਤੇ ਔਰੰਗਜ਼ੇਬ ਨੂੰ ਸ਼ੱਕ ਸੀ ਕਿ ਇਹਨੇ ਜਾਣ ਕੇ ਭਜਾਇਆ ਇੱਥੋਂ, ਇਸ ਕਰਕੇ ਇਹਨੂੰ ਉੱਧਰ ਭੇਜਤਾ, ਮਾਰਿਆ ਜਾਏਗਾ, ਖਤਮ ਹੋ ਜਾਏਗਾ, ਜੇ ਜਿੱਤ ਆਏਗਾ ਤੇ ਚੰਗੀ ਗੱਲ ਹੈ। ਉਹਦੇ ਕੋਲ ਫੌਜ ਵੀ ਕੋਈ ਬਹੁਤੀ ਵੱਡੀ ਨਹੀਂ, 4,000 ਫੌਜ ਲੈ ਕੇ ਰਾਜਾ ਰਾਮ ਸਿੰਘ ਕੁਝ 15 ਕੁ ਫੌਜੀ ਜਿਹੜੇ ਸਨ ਉਹ ਔਰੰਗਜ਼ੇਬ ਨੇ ਦਿੱਤੇ, ਅਸਾਮ ਦੀ ਮੁਹਿੰਮ ਤੇ ਚਲਿਆ ਗਿਆ। ਲੇਕਿਨ ਬੜਾ ਡਰਿਆ ਹੋਇਆ, ਇੱਕ ਤੇ ਜਾਦੂ ਦਾ ਡਰ ਲੋਕਾਂ ਦੇ ਮਨਾਂ 'ਚ ਬੈਠਾ ਹੋਇਆ ਸੀ, ਦੂਜਾ ਉਸ ਇਲਾਕੇ 'ਚ ਜਿੰਨੇ ਪਹਿਲਾਂ ਮੁਹਿੰਮ ਤੇ ਕੋਈ ਬਚ ਕੇ ਨਹੀਂ ਆਇਆ। ਇਹਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ ਇਸ ਇਲਾਕੇ ਵਿੱਚ। ਇਹ ਗੁਰੂ ਘਰ ਦਾ ਸ਼ਰਧਾਲੂ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ, ਇਹਨੇ ਸਾਰੀ ਵਾਰਤਾ ਦੱਸੀ, ਗੁਰੂ ਸਾਹਿਬ ਜੀ ਇਹਦੇ ਨਾਲ ਹੀ ਚੱਲ ਪਏ। ਔਰ ਤੁਸੀਂ ਅੱਜ ਵੀ ਧੋਬੜੀ ਸਾਹਿਬ ਗੁਰਦੁਆਰਾ ਉੱਥੇ ਜਾਓ, ਗੁਰੂ ਸਾਹਿਬ ਜੀ ਨੇ ਦੋਵਾਂ ਫੌਜਾਂ ਦਾ ਉੱਥੇ ਸਮਝੌਤਾ ਕਰਾ ਦਿੱਤਾ, ਜਿਹੜੀ ਕਈ ਸਾਲਾਂ ਤੋਂ ਜੰਗ ਚੱਲ ਰਹੀ ਸੀ ਔਰ ਕਿੰਨੇ ਹਜ਼ਾਰਾਂ ਲੋਕਾਂ ਦਾ ਖੂਨ ਡੁੱਲਿਆ ਸੀ ਔਰ ਹੋਰ ਡੁੱਲਣਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਦੇਖਣੀ ਕਿੱਡੀ ਮਹਾਨ ਹੈ, ਗੁਰੂ ਸਾਹਿਬ ਦਾ ਕਿੱਡਾ ਵੱਡਾ ਪ੍ਰਭਾਵ ਹੈ ਲੋਕਾਂ ਦੇ ਮਨਾਂ ਅੰਦਰ। ਉਹਦਾ ਕਾਰਨ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 9ਵੇਂ ਸਤਿਗੁਰੂ ਜੀ ਤੱਕ ਲੋਕ ਸਤਿਗੁਰੂ ਜੀ ਨੇ ਕੰਮ ਹੀ ਮਨੁੱਖਤਾ ਲਈ ਕੀਤਾ ਹੈ। ਕੋਈ ਸਤਿਗੁਰੂ ਜੀ ਨੇ ਮੱਥੇ ਟਿਕਾਉਣ ਦੀ ਗੱਲ ਨਹੀਂ ਕੀਤੀ। ਜੇ ਕੋਈ ਆਉਂਦਾ ਵੀ ਹੈ ਤੇ ਜੋ ਕੁਝ ਆਉਂਦਾ ਉਹ ਮਨੁੱਖੀ ਸਮਾਜ ਤੇ ਸਤਿਗੁਰੂ ਜੀ ਖਰਚ ਦਿੰਦੇ, ਕਿਤੇ ਹਸਪਤਾਲ ਬਣਾ ਦਿੱਤੇ, ਕਿਤੇ ਸਰਾਵਾਂ ਬਣਾ ਦਿੱਤੀਆਂ, ਕਿਤੇ ਖੂਹ ਲਵਾ ਦਿੱਤੇ, ਲੰਗਰ ਲਗਾ ਦਿੱਤੇ, ਧਰਮਸ਼ਾਲਾ ਬਣਾ ਦਿੱਤੀ। ਇਤਿਹਾਸ ਕਹਿੰਦਾ ਕਿ ਸਤਿਗੁਰੂ ਜੀ ਨੇ ਦੋਵਾਂ ਫੌਜਾਂ ਦਾ ਸਮਝੌਤਾ ਕਰਾ ਦਿੱਤਾ। ਇਸੇ ਖੁਸ਼ੀ ਅੰਦਰ ਦੋਵਾਂ ਫੌਜਾਂ ਦੇ ਸਿਪਾਹੀਆਂ ਨੇ ਢਾਲਾਂ ਭਰ ਭਰ ਕੇ ਮਿੱਟੀ ਸੁੱਟੀ, ਇੱਕ ਦਮਦਮਾ ਬਣ ਗਿਆ। ਧੋਬੜੀ ਸਾਹਿਬ ਗੁਰਦੁਆਰਾ ਜਿਹੜਾ ਹੈ ਉਹ ਇਸੇ ਜਾਦੂਗਰ 'ਚ ਬਣਿਆ ਹੋਇਆ ਹੈ। ਭਾਵੇਂ ਸਤਿਗੁਰੂ ਜੀ ਨੂੰ ਵੀ ਉਸ ਇਲਾਕੇ ਦੇ ਜਾਦੂਗਰਾਂ ਨੇ ਬੜਾ ਡਰਾਉਣ ਭਰਮਾਉਣ ਦਾ ਯਤਨ ਕੀਤਾ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਉਹਨਾਂ ਦੀ ਕੀ ਗੱਲ ਚੱਲਣੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਪਰਮਾਤਮਾ ਦੇ ਪਿਆਰ ਜੁੜ ਕੇ ਨਿਰਭਉ, ਨਾ ਕਿਸੇ ਕੋ ਡਰਨ ਵਾਲੇ ਤੇ ਨਾ ਕਿਸੇ ਨੂੰ ਡਰਾਉਣ ਵਾਲੇ। ਸਤਿਗੁਰੂ ਜੀ ਇੱਥੋਂ ਢਾਕੇ ਵਿੱਚ ਚਲੇ ਜਾਂਦੇ ਨੇ, ਢਾਕੇ ਤੱਕ ਜਾਂਦੇ ਸਤਿਗੁਰੂ ਜੀ ਉੱਥੋਂ ਜਗਨਨਾਥਪੁਰੀ ਤੱਕ ਜਾਂਦੇ ਨੇ। ਔਰ ਇਹਦੋਂ ਪਹਿਲਾਂ ਸਤਿਗੁਰੂ ਜੀ ਨੂੰ ਢਾਕੇ ਦੇ ਨੇੜੇ ਜਿੱਥੇ ਅਸਾਮ ਦੀ ਤੇ ਦੂਸਰੇ ਮੁਗਲੀਆ ਹਕੂਮਤ ਦਾ ਸਮਝੌਤਾ ਹੁੰਦਾ ਹੈ, ਇਸੇ ਦੌਰਾਨ ਸਤਿਗੁਰੂ ਜੀ ਨੂੰ ਪਤਾ ਲੱਗਦਾ ਹੈ ਕਿ ਘਰ 'ਚ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਪ੍ਰਗਟ ਹੁੰਦੇ ਨੇ ਤੇ ਗੁਰੂ ਪਾਤਸ਼ਾਹ ਜੀ ਉੱਥੋਂ ਫਿਰ ਆਪਣੇ ਕੰਮ ਛੱਡ ਕੇ ਆਉਂਦੇ ਨਹੀਂ। ਜਗਨਨਾਥਪੁਰੀ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਉੱਤਰੀ ਭਾਰਤ ਦੇ ਜਿਹੜੇ ਹਾਲਾਤ ਨੇ ਬੜੇ ਖਰਾਬ ਹੋ ਗਏ ਨੇ, ਲੋਕਾਂ 'ਤੇ ਜ਼ੋਰ ਜ਼ੁਲਮ ਵੱਧ ਗਿਆ ਹੈ, ਜ਼ਬਰਦਸਤੀ ਧਰਮ ਮੰਦਰ ਢਾਏ ਜਾ ਰਹੇ ਨੇ ਔਰ ਲੋਕਾਂ ਦੇ ਧਰਮ ਨੂੰ ਖਤਮ ਕੀਤਾ ਜਾ ਰਿਹਾ ਹੈ। ਸਤਿਗੁਰੂ ਜੀ ਬੜੀ ਜਲਦੀ ਨਾਲ ਪਟਨਾ ਸਾਹਿਬ ਆਏ, ਪਰਿਵਾਰ ਨੂੰ ਮਿਲ ਕੇ ਉੱਥੇ ਛੱਡ ਕੇ ਸਤਿਗੁਰੂ ਜੀ ਅਨੰਦਪੁਰ ਦੀ ਧਰਤੀ 'ਤੇ ਆ ਜਾਂਦੇ ਨੇ। ਗੁਰੂ ਸਾਹਿਬ ਜੀ ਬੜੀ ਗੰਭੀਰਤਾ ਨਾਲ ਸਾਰੇ ਹਾਲਾਤ ਨੂੰ ਦੇਖਦੇ ਸਨ। ਉਸ ਵੇਲੇ ਧਰਮੀ ਮਨੁੱਖ ਦਾ ਕੰਮ ਵੀ ਹੈ ਕਿ ਆਪਣੇ ਮੁਲਕ ਦਾ ਖਿਆਲ ਰੱਖਣਾ, ਸਮਾਜ ਦਾ ਖਿਆਲ ਰੱਖਣਾ। ਇਤਿਹਾਸ ਕਹਿੰਦਾ ਹੈ ਉਹ ਸਮਾਂ ਜਦੋਂ ਔਰੰਗਜ਼ੇਬ ਵੱਲੋਂ ਇੰਨਾ ਕਹਿਰ ਵਰਤ ਰਿਹਾ ਸੀ, ਉਹਦੀ ਨਜ਼ਰ ਕਸ਼ਮੀਰ 'ਤੇ ਪੈਂਦੀ। ਕਸ਼ਮੀਰ ਵਿਦਵਾਨਾਂ ਦੀ ਧਰਤੀ ਜਾਂ ਦੁਨੀਆ ਦਾ ਇੱਕ ਸਵਰਗ ਗਿਣਿਆ ਜਾਂਦਾ ਸੀ। ਔਰੰਗਜ਼ੇਬ ਦੀ ਸੋਚ ਸੀ ਇਹ ਜਿਹੜੇ ਵਿਦਵਾਨ ਬ੍ਰਾਹਮਣ ਨੇ, ਜੇ ਇਹ ਮੁਸਲਮਾਨ ਬਣ ਜਾਣਗੇ, ਇੱਕ ਬ੍ਰਾਹਮਣ ਸਮਾਜ ਦਾ ਆਗੂ ਹੈ, ਦੁਨੀਆ ਉਹਦੇ ਮਗਰ ਚੱਲਦੀ ਹੈ। ਦੂਜੀ ਗੱਲ ਜੇ ਬਣ ਗਏ ਬਾਕੀ ਲੋਕਾਂ ਨੂੰ ਬਣਾਉਣਾ ਬੜਾ ਸੌਖਾ ਹੈ। ਤੀਸਰਾ ਜਿਹੜਾ ਮੁੱਖ ਮਿਸ਼ਨ ਸੀ ਨਾ ਹਕੂਮਤ ਦਾ, ਕਸ਼ਮੀਰ ਦੇ ਨਾਲ ਜਿੰਨੇ ਮੁਲਕ ਲੱਗਦੇ ਨੇ ਉਹ ਜ਼ਿਆਦਾ ਇਸਲਾਮ ਕੰਟਰੀ ਨੇ, ਅੱਜ ਵੀ ਨੇ। ਸਦੀਆਂ ਤੋਂ ਇਹ ਜਿਹੜੇ ਮੁਲਕ ਨੇ ਅਫਗਾਨਿਸਤਾਨ ਵਗੈਰਾ ਵਗੈਰਾ, ਇਹ ਕਸ਼ਮੀਰ ਨੂੰ ਤੇ ਪੰਜਾਬ ਨੂੰ ਅਫਗਾਨਿਸਤਾਨ ਦਾ ਹਿੱਸਾ ਬਣਾਉਣ ਲਈ ਬੜਾ ਤਰਸਦੇ ਰਹੇ ਨੇ, ਬੜੇ ਯਤਨ ਕਰਦੇ ਰਹੇ ਨੇ ਔਰ ਇਹਨਾਂ ਨੇ ਕਈ ਵਾਰ ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਇਹ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਇਹ ਗੱਲ ਵੱਖਰੀ ਹੈ ਕਿ ਇਸ ਮੁਲਕ ਦੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ, ਕਹਿੰਦੇ ਹਮਾਰਾ ਮੁਲਕ ਹੈ ਇੱਥੋਂ ਬਾਕੀ ਚਲੇ ਜਾਓ। ਇਹ ਕਹਿਣ ਵਾਲੇ ਬੜੇ ਜੰਮ ਪਏ ਨੇ ਹੁਣ, ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਤੇ ਕਸ਼ਮੀਰ ਜੇ ਅੱਜ ਹਿੰਦੁਸਤਾਨ ਨਾਲ ਜੁੜਿਆ ਤੇ ਉਹਨੂੰ ਜੋੜਨ ਵਾਲਾ ਕੌਣ ਹੈ। ਉਹਨੂੰ ਜੋੜਨ ਵਾਲਾ ਗੁਰੂ ਨਾਨਕ ਦੀ ਵਿਚਾਰਧਾਰਾ ਹੈ, ਗੁਰੂ ਕਾ ਪੰਥ ਹੈ। ਔਰ ਬਾਬਾ ਸਰਦਾਰ ਹਰੀ ਸਿੰਘ ਨਲਵੇ ਨੇ ਜਿਹੜਾ ਜਮਰੌਦ ਜਾ ਕੇ ਕਿਲਾ ਬਣਾਇਆ ਲੋਹਗੜ੍ਹ ਦਰਾ ਖੈਬਰ ਦੇ ਸਾਹਮਣੇ, ਉਦੋਂ ਬਾਅਦ ਕੋਈ ਅਬਦਾਲੀ, ਕੋਈ ਦੁਰਾਨੀ, ਕੋਈ ਗਜਨਵੀ ਇਸ ਰਸਤੇ ਹਿੰਦੁਸਤਾਨ ਤੇ ਹਮਲਾਵਰ ਹੋ ਕੇ ਨਹੀਂ ਆਇਆ। ਉਹਦੀ ਨਜ਼ਰ ਪਈ ਕਸ਼ਮੀਰ ਤੇ ਕਿ ਕਸ਼ਮੀਰ ਇਸਲਾਮ 'ਚ ਆ ਜਾਏ, ਲੇਕਿਨ ਕਸ਼ਮੀਰ 'ਚ ਹਾਹਾਕਾਰ ਮਚ ਗਈ। ਸ਼ੇਰ ਅਫਗਾਨ ਗਵਰਨਰ ਹੈ, ਉੱਥੋਂ ਦੇ ਵਿਦਵਾਨ ਪੰਡਤਾਂ ਨੇ ਉਹਨੂੰ ਮਿਲ ਕੇ 6 ਮਹੀਨੇ ਦਾ ਟਾਈਮ ਮੰਗਿਆ ਕਿ ਸਾਨੂੰ 6 ਮਹੀਨੇ ਦੇ ਦਿਓ, ਅਸੀਂ ਫਿਰ ਤੁਹਾਨੂੰ ਆਪਣਾ ਫੈਸਲਾ ਦੱਸ ਦੇਵਾਂਗੇ। ਇਹਦੇ ਦੌਰਾਨ ਉਹਨਾਂ ਨੇ ਦੌੜ ਭੱਜ ਕੀਤੀ, ਹਰਿਦੁਆਰ, ਮਥੁਰਾ, ਕਾਂਸੀ ਤੱਕ ਜਾ ਕੇ
ਵੱਡੇ ਵੱਡੇ ਵਿਦਵਾਨ ਬ੍ਰਾਹਮਣਾਂ ਨੂੰ ਸੱਦਿਆ ਗਿਆ। ਕੁਰੂਕਸ਼ੇਤਰ 'ਚ ਇੱਕ ਬੜੀ ਤਗੜੀ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਉਹਨਾਂ ਸਾਰਿਆਂ ਦੀ ਨਜ਼ਰ ਜਿਹੜੀ ਸੀ, ਕਿਉਂਕਿ ਉਹਨਾਂ ਨੇ ਰਾਜਪੂਤ ਰਾਜਿਆਂ ਨੂੰ ਵੀ ਦੇਖਿਆ, ਜਿਹੜੇ ਅੱਜ ਕਹਿੰਦੇ ਜੀ ਅਸੀਂ ਪੁਰਾਣੇ ਰਾਜੇ ਹਾਂ ਹਿੰਦੁਸਤਾਨ ਦੇ, ਉਹ ਰਾਜੇ ਜਿਨ੍ਹਾਂ ਨੇ ਆਪਣੀਆਂ ਧੀਆਂ ਬਹੂਆਂ ਬੇਟੀਆਂ ਦੇ ਡੋਲੇ ਦੇ ਕੇ ਆਪਣੀ ਰਾਜਗੱਦੀਆਂ ਕਾਇਮ ਰੱਖੀਆਂ। ਗੁਲਾਮੀ ਨੂੰ ਪ੍ਰਵਾਨ ਕਰ ਲਿਆ ਇਹਨਾਂ ਲੋਕਾਂ ਨੇ, ਔਰ ਇਸ ਮੁਲਕ ਦੀ ਗੁਲਾਮੀ ਤਾਂ ਬੜੇ ਚਿਰ ਪਹਿਲਾਂ ਕੱਟੀ ਜਾਣੀ ਸੀ ਜੋ ਸਤਿਗੁਰੂ ਜੀ ਸੋਚਦੇ ਸਨ, ਪਰ ਜੇ ਇਹ ਗੁਲਾਮ ਮੁਲਕ ਰਿਹਾ ਤੇ ਹਿੰਦੁਸਤਾਨ ਦੇ ਲੋਕਾਂ ਦੀ ਵਜ੍ਹਾ ਕਰਕੇ ਰਿਹਾ। ਇੱਥੇ ਮੁਸਲਮਾਨਾਂ ਨੂੰ ਲਿਆਉਣ ਵਾਲਾ ਕੌਣ ਹੈ? ਦੋ ਰਾਜਿਆਂ ਦੀ ਲੜਾਈ ਹੁੰਦੀ, ਇੱਕ ਜਿਹੜਾ ਮੁਸਲਮਾਨਾਂ ਨੂੰ ਸੱਦਾ ਦੇ ਦਿੰਦਾ ਤੁਸੀਂ ਆ ਜਾਓ, ਇੱਥੇ ਆ ਕੇ ਹਮਲਾ ਕਰ ਦਿਓ, ਲਿਆਉਣ ਵਾਲੇ ਵੀ ਆਪ ਹੀ ਨੇ ਇੱਥੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜਦੋਂ ਇਨਕਲਾਬ ਸ਼ੁਰੂ ਕੀਤਾ, ਪਹਾੜੀ ਰਾਜਿਆਂ ਨੂੰ ਬੁਲਾਇਆ ਕਿ ਆਓ ਮਿਲ ਕੇ ਚੱਲੀਏ, ਤੇ ਉਹਨਾਂ ਇੱਕ ਗੱਲ ਪਤਾ ਕੀ ਕਹੀ, ਤੁਹਾਡੇ ਨਾਲ ਮਿਲ ਸਕਦੇ ਆ ਜਿਹੜੇ ਹੋਰ ਤੁਸੀਂ ਪਿੰਡਾਂ ਦੇ ਇਕੱਠੇ ਕੀਤੇ, ਇਹਨਾਂ ਨਾਲ ਨਹੀਂ ਅਸੀਂ ਚੱਲ ਸਕਦੇ, ਇਹਨਾਂ ਨਾਲ ਸਾਡਾ ਕੋਈ ਬਹਿਣ ਖਲੋਣ ਨਹੀਂ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਜਾ ਦਿੱਤਾ ਇਹਨਾਂ ਨੂੰ। ਇਹ ਬੇਨਤੀ ਕਰ ਰਿਹਾ ਸਾਂ, ਕੋਈ ਰਾਜਪੂਤ ਰਾਜਾ ਨਹੀਂ ਨਿਤਰਿਆ, ਕੋਈ ਵੱਡੇ ਵੱਡੇ ਅੱਜ ਧਰਮ ਸਥਾਨਾਂ ਤੇ ਬੈਠੇ ਜਿਹੜੇ ਕਹਿੰਦੇ ਅਸੀਂ ਬਹੁਤ ਸਨਾਤਨ ਹਾਂ, ਕੋਈ ਨਹੀਂ ਜਾਗਿਆ ਉਸ ਵੇਲੇ ਕਿ ਸਾਡਾ ਮੁਲਕ ਗੁਲਾਮ ਹੈ, ਸਾਡਾ ਧਰਮ ਬਰਬਾਦ ਹੋ ਰਿਹਾ, ਕਿਵੇਂ ਬਚਾਉਣਾ ਹੈ। ਤੇ ਉਸ ਵੇਲੇ ਉਹਨਾਂ ਦੀ ਨਜ਼ਰ ਪਈ ਗੁਰੂ ਨਾਨਕ ਦੇ ਘਰ ਤੇ। ਇਤਿਹਾਸ ਕਹਿੰਦਾ ਹੈ ਕਿਰਪਾ ਰਾਮ ਜੀ ਮਟਨ ਦੇ ਰਹਿਣ ਵਾਲੇ ਬੜੇ ਵਿਦਵਾਨ ਸਨ। ਇਹ ਪੰਡਿਤ ਕਿਰਪਾ ਰਾਮ ਜੀ ਜਿਹੜੇ ਨੇ, ਇਹਨਾਂ ਦੇ ਬਜ਼ੁਰਗ ਸਨ ਬ੍ਰਹਮਦਾਸ ਜੀ। ਬ੍ਰਹਮਦਾਸ ਗੁਰੂ ਨਾਨਕ ਸਾਹਿਬ ਜੀ ਵੇਲੇ ਸਿੱਖ ਬਣ ਗਏ ਸਨ। ਇਹ ਤੋਂ ਬਾਅਦ ਇਹ ਬ੍ਰਹਮਦਾਸ ਜੀ ਦੇ ਪੜਪੋਤਰੇ ਸਨ ਇਹ ਪੰਡਿਤ ਕਿਰਪਾ ਰਾਮ ਜੀ, ਔਰ ਇਹਨਾਂ ਨੇ ਕਸ਼ਮੀਰ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ, ਬਾਣੀ ਦਾ ਬਹੁਤ ਪ੍ਰਚਾਰ ਕੀਤਾ। ਉਹ ਵੀ ਇਸ ਮੀਟਿੰਗ ਦੇ ਵਿੱਚ ਸਨ। 16 ਪੰਡਤਾਂ ਦਾ ਇੱਕ ਡੈਪੂਟੇਸ਼ਨ ਤਿਆਰ ਹੋਇਆ, ਉਹਨਾਂ ਦੇ ਆਗੂ ਪੰਡਿਤ ਕਿਰਪਾ ਰਾਮ ਜੀ ਨੂੰ ਬਣਾਇਆ ਗਿਆ। ਉਹ ਪੰਡਿਤ ਕਿਰਪਾ ਰਾਮ ਜੀ ਜਿਹੜੇ ਬਾਅਦ 'ਚ ਅੰਮ੍ਰਿਤ ਛਕ ਕੇ ਕਿਰਪਾ ਸਿੰਘ ਬਣਦੇ ਨੇ। ਇਹ ਪੰਡਿਤ ਕਿਰਪਾ ਰਾਮ ਜੀ ਜਿਹੜੇ ਚਮਕੌਰ ਦੀ ਗੜੀ ਵਿੱਚ ਬਾਅਦ ਵਿੱਚ ਸ਼ਹੀਦ ਹੁੰਦੇ ਨੇ, ਇਹ ਉਹ ਕਿਰਪਾ ਸਿੰਘ ਨੇ। ਇਹ ਸਤਿਗੁਰੂ ਜੀ ਦੀ ਹਜ਼ੂਰੀ ਚਾਹੁੰਦੇ ਨੇ, ਆਪਣੀ ਸਾਰੀ ਵਾਰਤਾ ਦੱਸਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੁੱਖ ਮਕਸਦ ਇਹ ਸੀ ਕਿ ਸਮਾਜ ਵਿੱਚ ਕੋਈ ਕਿਸੇ ਨੂੰ ਡਰਾਏ ਨਾ, ਕੋਈ ਕਿਸੇ ਦੇ ਅੰਦਰ ਸਹਿਮ ਨਹੀਂ ਹੋਣਾ ਚਾਹੀਦਾ। ਗੁਰਮਤਿ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੀ ਜਿਹਨੂੰ ਭਗਤ ਜੀ ਨੇ ਬੇਗਮਪੁਰਾ ਕਿਹਾ ਹੈ, ਗੁਰਮਤਿ ਨੇ ਹਲੇਮੀ ਰਾਜ ਕਿਹਾ ਹੈ। ਹਰ ਮਨੁੱਖ ਜਿਹੜਾ ਉਹ ਚਾਹ ਦੇ ਨਾਲ ਜ਼ਿੰਦਗੀ 'ਚ ਜੂਏ, ਔਰ ਗੁਰਮਤਿ ਦਾ ਇੱਕ ਮੁੱਖ ਮਕਸਦ ਮਨੁੱਖੀ ਸੁਤੰਤਰਤਾ ਦੇ ਲਈ ਹੈ, ਮਨੁੱਖਤਾ ਦੀ ਆਜ਼ਾਦੀ ਦੇ ਲਈ ਹੈ। ਉਹ ਆਜ਼ਾਦੀ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੀ। ਸਰਮਾਏਦਾਰਾਂ ਦੇ ਵਿਰੁੱਧ, ਉਸ ਵੇਲੇ ਜ਼ਾਲਮ ਰਾਜਿਆਂ ਦੇ ਵਿਰੁੱਧ, ਜ਼ੁਲਮ ਕਰਨ ਵਾਲਿਆਂ ਦੇ ਵਿਰੁੱਧ ਗੁਰੂ ਨਾਨਕ ਸਾਹਿਬ ਜੀ ਨੇ ਇਨਕਲਾਬ ਸ਼ੁਰੂ ਕੀਤਾ। ਇਸ ਇਨਕਲਾਬ ਨੂੰ ਸਮੇਂ-ਸਮੇਂ ਤੇ ਗੁਰੂ ਸਾਹਿਬ ਜੀ ਨੇ ਅੱਗੇ ਤੋਰਿਆ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਇਸੇ ਮਿਸ਼ਨ ਦੇ ਤਹਿਤ ਹੋਈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ਼ਸਤਰਧਾਰੀ ਇਨਕਲਾਬ ਸ਼ੁਰੂ ਕੀਤਾ ਕਿ ਅਸੀਂ ਕਿਸੇ ਨੂੰ ਕਹਿੰਦੇ ਕੋਈ ਨਹੀਂ, ਪਰ ਜਿਹੜਾ ਘਰ ਤੇ ਚੜ੍ਹ ਕੇ ਆ ਗਿਆ ਉਹਨੂੰ ਮਾਫ ਨਹੀਂ ਕੀਤਾ ਜਾਏਗਾ। 4 ਜੰਗਾਂ ਸਤਿਗੁਰੂ ਜੀ ਨੇ ਜਿੱਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਸਮੇਂ ਦੀ ਨਿਜਾਗਤ ਨੂੰ ਦੇਖ ਰਹੇ ਸਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਹਾਲਾਤ ਨੂੰ ਦੇਖਿਆ। ਇਤਿਹਾਸ ਕਹਿੰਦਾ ਕਿ ਗੋਬਿੰਦ ਰਾਏ ਜੀ ਸਤਿਗੁਰੂ ਜੀ ਕੋਲ ਆਉਂਦੇ ਨੇ, ਸਤਿਗੁਰੂ ਜੀ ਨੂੰ ਪੁੱਛਦੇ ਨੇ ਕਿ ਮਹਾਰਾਜ ਇਹ ਕੌਣ ਨੇ ਲੋਕ, ਬੜੇ ਉਦਾਸ ਨੇ, ਚਿੰਤਤ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬੇਟਾ ਇਹ ਪੰਡਿਤ ਨੇ ਕਸ਼ਮੀਰ ਦੇ, ਔਰੰਗਜ਼ੇਬ ਜ਼ਬਰਦਸਤੀ ਇਹਨਾਂ ਦਾ ਧਰਮ ਬਰਬਾਦ ਕਰ ਰਹੇ ਹੈ। ਤੇ ਕਹਿਣ ਲੱਗੇ ਬਚਦਾ ਕਿਵੇਂ? ਸਤਿਗੁਰੂ ਜੀ ਕਹਿੰਦੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੇ ਨਾਲ। ਤੇ ਗੋਬਿੰਦ ਰਾਏ ਜੀ ਕਹਿੰਦੇ ਫਿਰ ਦੇ ਦਿਓ ਕੁਰਬਾਨੀ, ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੈ? ਪਹਿਲੀ ਗੱਲ ਗੁਰੂ ਦੀ ਸ਼ਖਸੀਅਤ ਦੇ ਬਾਰੇ ਇਹ ਜਾਣਨ ਦੀ ਲੋੜ ਹੈ ਕਿ ਉਸ ਵੇਲੇ ਸਮੁੱਚੇ ਹਿੰਦੁਸਤਾਨ ਵਿੱਚੋਂ ਜੇ ਲੋਕਾਂ ਦੀ ਨਜ਼ਰ ਗਈ ਤੇ ਉਹ ਗੁਰੂ ਘਰ ਵੱਲ ਗਈ, ਕਿ ਗੁਰੂ ਘਰ ਤੋਂ ਬਿਨਾਂ ਸਾਡੀ ਕਿਸੇ ਨੇ ਬਾਂਹ ਫੜਨੀ ਨਹੀਂ ਹੈ, ਕਿਸੇ ਨੇ ਸਾਨੂੰ ਬਚਾਉਣਾ ਨਹੀਂ ਇਸ ਜ਼ੁਲਮ ਤੋਂ। ਡਾਕਟਰ ਜ਼ਾਕਿਰ ਹੁਸੈਨ ਜੀ ਨੇ ਇੱਕ ਗੱਲ ਲਿਖੀ ਹੈ, ਰਾਸ਼ਟਰਪਤੀ ਹੋਏ ਨੇ ਆਪਣੇ ਮੁਲਕ ਦੇ, ਕਿ ਜਦੋਂ ਵੀ ਮਨੁੱਖਤਾ 'ਚ ਜ਼ੁਲਮ ਵਧੇਗਾ, ਅਤਿਆਚਾਰ ਵਧੇਗਾ, ਹਨੇਰਾ ਹੋਏਗਾ, ਜਦੋਂ ਵੀ ਮਨੁੱਖਤਾ ਅੰਦਰੋਂ ਟੁੱਟਣੀ ਸ਼ੁਰੂ ਹੋਏਗੀ, ਉਦੋਂ ਲੋਕਾਂ ਦੀ ਨਜ਼ਰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵੱਲ ਜਾਏਗੀ, ਕਿਉਂਕਿ ਇਹਦੇ ਤੋਂ ਬਿਨਾਂ ਕਿਸੇ ਨੇ ਬਾਂਹ ਫੜਨੀ ਨਹੀਂ ਹੈ। ਇਹ ਠੀਕ ਹੈ ਜਦੋਂ ਖਾਣ ਪਾਉਣ ਦਾ ਮੌਕਾ ਹੁੰਦਾ ਉਦੋਂ ਬਹੁਤ ਆ ਜਾਂਦੇ ਨੇ ਆਗੂ ਬਣਨ ਵਾਲੇ, ਪਰ ਜਦੋਂ ਖੜਕਣ ਲੱਗਦੀਆਂ ਨੇ ਜਾਂ ਜਿੱਥੇ ਕੁਰਬਾਨੀ ਦੀ ਲੋੜ ਹੁੰਦੀ ਹੈ ਉੱਥੇ ਕੋਈ ਨਹੀਂ ਖੜਾ ਹੁੰਦਾ। ਇਸ ਮੁਲਕ ਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ, ਕਿਉਂਕਿ ਸਤਿਗੁਰੂ ਜੀ ਦਾ ਸ਼ਹੀਦੀ ਪੁਰਬ ਹੈ, ਸ਼ਹੀਦ ਲਫ਼ਜ਼ ਹਿੰਦੁਸਤਾਨ ਦੀ ਡਿਕਸ਼ਨਰੀ 'ਚ ਨਹੀਂ ਹੈ, ਕਿਸੇ ਗ੍ਰੰਥ ਵਿੱਚ ਨਹੀਂ ਹੈ। ਇੱਥੇ ਬਲੀਆਂ ਦਿੱਤੀਆਂ ਜਾਂਦੀਆਂ ਨੇ ਪਸ਼ੂਆਂ ਦੀਆਂ, ਕਿਤੇ ਬੰਦੀਆਂ ਦੀਆਂ ਵੀ ਦਿੱਤੀਆਂ ਜਾਂਦੀਆਂ ਨੇ, ਕੁਰਬਾਨੀਆਂ ਦਿੱਤੀਆਂ ਜਾਂਦੀਆਂ ਨੇ, ਜਗ ਕੀਤੇ ਜਾਂਦੇ ਨੇ, ਪਰ ਕੋਈ ਜ਼ੁਲਮ ਦੇ ਖਿਲਾਫ ਜਾ ਕੇ ਆਪਣੀ ਸ਼ਹਾਦਤ ਦੇਵੇ, ਇਸ ਮੁਲਕ ਦਾ ਕੋਈ ਇਤਿਹਾਸ ਨਹੀਂ ਹੈ। ਇਹ ਸ਼ਹੀਦੀ ਪਰੰਪਰਾ ਜਿਹੜੀ ਇਹ ਗੁਰੂ ਅਰਜਨ ਸਾਹਿਬ ਜੀ ਤੋਂ ਸ਼ੁਰੂ ਹੁੰਦੀ ਹੈ, ਇਹ ਗੁਰੂ ਕਾਲ ਦੇ ਨਾਲ ਸ਼ੁਰੂ ਹੁੰਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਜੇ ਉਹਨਾਂ ਨੇ ਆਸਰਾ ਲਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿੰਨੇ ਵੱਡੇ ਜਿਗਰੇ ਵਾਲੇ ਨੇ। ਉਹਨਾਂ ਨੇ ਇੱਕ ਗੱਲ ਕਹਿਤੀ, ਜਾਓ ਤੁਸੀਂ ਹਕੂਮਤ ਨੂੰ ਕਹਿ ਦਿਓ ਕਿ ਸਾਡੇ ਆਗੂ ਤੇਗ ਬਹਾਦਰ ਸਾਹਿਬ ਜੀ ਨੇ, ਉਹਨਾਂ ਨਾਲ ਗੱਲ ਕਰ ਲਓ। ਜੇ ਉਹ ਮੁਸਲਮਾਨ ਬਣਨਾ ਪ੍ਰਵਾਨ ਕਰ ਲੈਣ, ਅਸੀਂ ਸਾਰੇ ਆਪੇ ਬਣ ਜਾਾਂਗੇ, ਇਕੱਲੇ ਇਕੱਲੇ ਨੂੰ ਮਨਾਉਣ ਦੀ ਕੀ ਲੋੜ ਹੈ?
कितनी वड्डी जिम्मेवारी है। समुचे मुल्क की जिम्मेवारी सतगुरु जी ने अपने सिर ते चुक ली है कि जाओ कह दिओ कि जो मैनू मुसलमान बना लैन तो असी सारे अपने आप बन जावांगे। उन्होंने पंडितां ने गवर्नर नूं, लाहौर के गवर्नर नूं चिट्ठी दे दी। औरंगजेब कोल पहुँचती है। औरंगजेब सतगुरु जी की गिरफ्तारी के वरण शुरू कर दिंदा है। गुरु साहिब जी का इत्थे भी मिशन ये है कि लोगों ते जुल्म ना होए। चलो इन्ने चिर लई ते जुल्म लुक गया ना लोगों के उपर। जो सतगुरु जी ने कहता कि जाके कह दिओ कि जे तेग बहादुर जी नूं मुसलमान बना लोगे तो असीं बन जावांगे, उन्ना चिर लई ते जुल्म लुक गया ना। जिहड़ा कश्मीर च हो रहा सी इधर उधर, किड्डा वड्डा सतगुरु जी के परोपकार सी, कल्ले कल्ले ते जुल्म होना बंद हो गया। हुण सतगुरु गुरु तेग बहादुर साहिब जी नूं निशाना बनाया गया। सतगुरु जी इत्थों तुरदे ने पिंडां थावां विच लोकां नूं हुकूमत दे जुल्मां तो जाणू कराउंदे होए, परोपकार करदे होए, सेवा करदे होए। देखो सतगुरु सच्चे पातशाह जी किसी मुसलमान के विरोधी नहीं है। मुसलमान तो सतगुरु जी को प्यार ही बड़ा करते सन। और दूजे बन्ने औरंगजेब जिहड़ा है वो को कला हिंदुओं का विरोधी नहीं सी, उन्हें तो मुसलमान बड़े मारे ने। उन्हें अपने प्यो नूं मारता, भरा नूं मारता, सरमद वर्गे फकीर मारते, कई बेनवा फकीर मारते, पता नहीं किन्ने मुसलमान ही उन्हें मारे ने। वो एक जालम बादशाह सी। जे आपां कहीए कि कला हिंदुओं ते जुल्म कर रहा सी, उन्हें जुल्म दूजे सूफी फकीरां ते भी बड़े कीते। इधर गुरु तेग बहादुर साहब जी महाराज सच्चे पातशाह जी जे तुरे ने तो उन्होंने एक मिशन है कि कोई भी मनुख जिहड़ा है उहदा धर्म बर्बाद नहीं होना चाहिए, धर्म की आज़ादी होनी चाहिए है। हिंदुस्तान के लोगों को गुरु तेग बहादुर साहब जी की शहादत तो ये गल सीखनी चाहिए है। अज आपां कहने साडा मुल्क आज़ाद है, तो आज़ाद मुल्क में तो किसी को धर्म के नाँ ते खतरा नहीं होना चाहिए। पर असी खबरां पढ़ते हाँ किते कोई मुसलमान तुरिया जाता उन्होंने कुट के मार दिता जाता है, किसी की कृपान जबरदस्ती लवाई जाती, किसी का कड़ा लवाया जाता, इनू आज़ादी कहांगे आपां। आज़ादी का अर्थ है कि हर मनुख को अपनी धर्म की गल कहने का अधिकार होना चाहिए। असी बड़ी मान नाल कहने जी 21वीं सदी च आ गए हैं। 21वीं सदी तो गुलामी सो ज़्यादा वध गई है। अज साडा मीडिया गुलाम है, मीडिया सच नहीं बोल सकता, कोई बंदा सच नहीं बोल सकता, इनू आज़ादी थोड़ो कहा जाता है। आज़ादी के नाम एक भरम जरूर पालिया गया कि असी आज़ाद हो गए, लेकिन सोच तो मनुखता की गुलामी वाली है ना। गुरमत ने इस गुलामी नूं कट्टण की गल कही है। वो भावें राजनीतिक गुलामी है, भावें मानसिक गुलामी है, भावें धार्मिक गुलामी है। गुरु साहिब जी ने उहदे विरुद्ध एक इनकलाब शुरू किया। गुरु तेग बहादुर साहिब जी नूं आगरे तो गिरफ्तार किया जाता है। सतगुरु जी नूं बड़ी करड़ी निगरानी च तकरीबन 1500 सिपाही ला के सतगुरु जी ने लाया जाता है। उसका कारण यह है, हुकूमत नूं पता है कि दुनिया गुरु तेग बहादुर साहिब जी नूं बड़ा प्यार करती है। अज दे लोग नहीं करते, ये उन्होंने मर्जी है। अज हिंदुस्तान के लोग सतगुरु जी के परोपकार नूं भुल गए, ये उन्होंने अकिरत घनता का सबूत हो सकता है। लेकिन उस वेले लोग कितना प्यार करते सन। उस इलाके च जाटां ने बगावत की हुई सी और खुशहाल चंद उन्हों का आगू सी। गोकल की गवाही हेठ कुछ उधर के लोगों ने बगावत की हुई सी। हुकूमत नूं यह खतरा सी किते ये लोग जिहड़े ने सतगुरु जी नूं छुड़ा के ना लै जाण। बड़ी करड़ी निगरानी सतगुरु जी नूं दिल्ली च लिया जाता है, बड़ी डरावनी हवेली च रखा जाता है। सतगुरु जी ते बहुत तसद्दुद किया जाता है। सतगुरु जी ने कोई एवें नहीं रखिया। हुकूमत का मकसद सी इन्हां नूं डराउणा ते इन्हां नूं ईन बनाउणी। केवल ये मन जाणगे तो सारा हिंदुस्तानी मुसलमान बन जाना, साडा सुपना साकार हो जाना है। लेकिन धन गुरु तेग बहादुर साहब जी महाराज जिस काम लई गए सन वो सी कि हुकूमत नूं समझाउणा, नहीं समझदी तो अपना आप कुर्बान कर देना। हुकूमत ने सतगुरु जी नूं डराउण दे लई सतगुरु जी के सामने भाई मती दास जी नूं आरे दे नाल चीर दिता। भाई मती दास जी नूं बुलाया गया, मती दासा तू कहंदा सी कि मैं करामात दिखावांगा। एक दिन भाई मती दास जी ने देखा कि सतगुरु जी नूं पिंजरे च बंद किया है, बड़ा तसद्दुद किया जा रहा है, ये कोई निक्कियां गल्लां नहीं है। मती दास जी मन विच बड़े वैराग में आख्या लगे, सतगुरु जी मैनूं आग्या दो, मैं तो हुकूमत नूं नेस तो बोध कर देवां। किसी मुलाणी ने सुन लिया। सतगुरु जी ने समझाया जे शक्ति हुंदी वो वरतनी नहीं चाहिए। करामात दिखाउणा एक कायरता है, बुजदली है, अपने आप नूं बचाउण लई करामात दिखाउणी है। और करामात दिखाउण नाल कौमां नहीं बनदियां। कोई कौम को मुल्क करामातां नाल नहीं चलदे। ये करामातां दा लारा लाया सी गजनवी दे पंडितां, सोमनाथ दे मंदिर दे पुजारियां ने कि भगवान की अख खुलेगी, गजनवी दीयां फौजां नहीं हो जाणियां, पर करामात कोई नहीं चली। ये करामात दे भरोसे ते हिंदुस्तान के आगू बैठे सन। जो बाबर चढ़ के आया, कई पीर फकीर लिया के कट्ठे कर ले, मारो को करामात करो, कोई यग मारो, को फूक दियां फौजां नहीं हो जान। जे करामात है तो अज चीन के बार्डर से क्यों नहीं इहो जिहे बंदे नूं बिठा दिंदे बई, उत्थे जाके करामात करे, इन्ना पैसा खर्चण की लोड़ है फौज ते। पाकिस्तान के बार्डर से क्यों नहीं बिठा दिंदे जाके। सिर्फ तो सिर्फ भोले भाले लोगों को लुट्टण का एक वसीला है करामात के नां ते।
ਸਭ ਤੋਂ ਵੱਡੀ ਕਰਾਮਾਤ ਹੈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਇਹਦੋਂ ਵੱਡੀ ਕੀ ਕਰਾਮਾਤ ਹੋ ਸਕਦੀ ਹੈ? ਭਾਈ ਮਤੀ ਦਾਸ ਨੂੰ ਕਹਿੰਦੇ ਤੈਨੂੰ ਆਰੇ ਨਾਲ ਚੀਰ ਦਿੱਤਾ ਜਾਏਗਾ ਜਾਂ ਕਰਾਮਾਤ ਦਿਖਾ, ਜਾਂ ਮੁਸਲਮਾਨ ਬਣਨਾ ਪ੍ਰਵਾਨ ਕਰ ਲੈ। ਭਾਈ ਮਤੀ ਦਾਸ ਕਹਿੰਦੇ ਮੈਨੂੰ ਗੁਰੂ ਦਾ ਹੁਕਮ ਹੀ ਨਹੀਂ ਕਰਾਮਾਤ ਦਿਖਾਉਣ ਦਾ। ਗੁਰੂ ਆਗਿਆ ਨਾ ਦੇਤ ਨੇ ਤੋ ਦੇਹੋ ਮੈਂ ਦਿਖਾਏ, ਦਿੱਲੀ ਤੇ ਲਾਹੌਰ ਦੀ ਤਾਲੀ ਦਿਓ ਮੈਂ ਬਜਾਏ। ਭਾਈ ਮਤੀ ਦਾਸ ਜੀ ਨੂੰ ਕਹਿਣ ਲੱਗੇ ਫਿਰ ਆਰੇ ਨਾਲ ਚੀਰਿਆ ਜਾਏਗਾ। ਕਹਿੰਦੇ ਚੀਰ ਦਿਓ। ਹੁਣ ਕਿਸੇ ਮਨੁੱਖ ਨੂੰ ਲੱਕੜ ਵਾਂਗੂ ਆਰੇ ਦੇ ਨਾਲ ਚੀਰ ਦੇਣਾ, ਉਹ ਬੰਦਾ ਹਾਏ ਤੱਕ ਨਾ ਕਰੇ ਰੱਬ ਦੇ, ਇਹਦੋਂ ਵੱਡੀ ਕਰਾਮਾਤ ਕੀ ਹੋ ਸਕਦੀ ਹੈ? ਮੁਰਦਿਆਂ ਨੂੰ ਜਿਉਂਦੇ ਕਰਨਾ ਕੋਈ ਕਰਾਮਾਤ ਨਹੀਂ ਹੈ। ਆਪ ਮੌਤ ਨੂੰ ਹੱਸ ਕੇ ਖਿੜੇ ਮੱਥੇ ਪ੍ਰਵਾਨ ਕਰ ਲੈਣਾ, ਇਹਨੂੰ ਕਰਾਮਾਤ ਕਿਹਾ ਜਾਂਦਾ ਹੈ। ਔਰ ਕਰਾਮਾਤ ਇਹੀ ਹੈ ਕਿ ਮੌਤ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ। ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਕਿਤੇ ਨਹੀਂ ਕਿਹਾ ਕਿ ਕਰਾਮਾਤ ਨਾਲ ਤੁਹਾਡੇ ਕੰਮ ਚੱਲਣਗੇ, ਆ ਜਾਓ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦਰ ਘਰ ਤੇ ਆਉਣ ਵਾਲੇ ਹਰ ਸਿੱਖ ਨੂੰ ਕਿਹਾ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਹਿਲਾਂ ਮਰਨ ਕਬੂਲ, ਮੌਤ ਹੀ ਵੱਡਾ ਡਰ ਹੈ ਨਾ, ਪਹਿਲਾਂ ਮਰਨਾ ਹੀ ਪ੍ਰਵਾਨ ਕਰ ਲਓ। ਮੌਤ ਡਰਾਉਣੀ ਨਹੀਂ ਰਹਿ ਜਾਏਗੀ, ਮੌਤ ਤੁਹਾਡੇ ਤੋਂ ਡਰੇਗੀ। ਭਾਈ ਸਤੀ ਦਾਸ ਜੀ ਨੂੰ ਰੂੰਚ ਬੰਨ੍ਹ ਕੇ ਅੱਗ ਨਾਲ ਸਾੜ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਦੇਗ 'ਚ ਬਿਠਾ ਕੇ ਪਾਣੀ 'ਚ ਉਬਾਲ ਕੇ ਖਤਮ ਕਰ ਦਿੱਤਾ ਗਿਆ। ਮਕਸਦ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਡਰ ਜਾਣਗੇ, ਸਾਡੀ ਈਨ ਮੰਨ ਜਾਣਗੇ, ਇਸੇ ਕਰਕੇ ਪਹਿਲਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਗਿਆ ਜਾਂ ਮੁਸਲਮਾਨ ਬਣ ਜਾਓ ਜਾਂ ਕਰਾਮਾਤ ਦਿਖਾਓ ਜਾਂ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣਗੇ ਮੁਸਲਮਾਨ ਮਰਦੇ ਨਹੀਂ ਹੈ, ਮੁਸਲਮਾਨ ਵੀ ਤੇ ਮਰਦੀ ਹੈ। ਜੇ ਮੁਸਲਮਾਨ ਬਣ ਕੇ ਮਰਨਾ ਤੇ ਆਪਣੇ ਧਰਮ 'ਚ ਕਿਉਂ ਨਾ ਮਰਿਆ ਜਾਏ? ਕਰਾਮਾਤ ਦਾ ਅਰਥ ਬੁਜ਼ਦਲੀ ਹੈ, ਸਾਨੂੰ ਪ੍ਰਵਾਨ ਨਹੀਂ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਫਤਵਾ ਦਿੱਤਾ ਕਾਜੀ ਨੇ। ਇਤਿਹਾਸ ਕਹਿੰਦਾ ਸਤਿਗੁਰੂ ਜੀ ਦੇ ਉੱਪਰ ਤਲਵਾਰ ਚੱਲੀ, ਸਤਿਗੁਰੂ ਜੀ ਦਾ ਸੀਸ ਧੜ ਤੋਂ ਜੁੜਾ ਹੋ ਗਿਆ। ਦੁਨੀਆ ਕਰਾਮਾਤ ਦੀ ਗੱਲ ਕਰਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੀ ਕਰਾਮਾਤ ਹੈ। ਇਹਦੋਂ ਵੱਡੀ ਕੀ ਕਰਾਮਾਤ ਹੋ ਸਕਦੀ ਹੈ? ਹਕੂਮਤ ਨੇ ਐਲਾਨ ਕਰ ਦਿੱਤਾ ਹੈ ਕਿ ਸਤਿਗੁਰੂ ਜੀ ਦੇ ਸਰੀਰ ਨੂੰ ਕੋਈ ਚੁੱਕੇ ਨਾ, ਇਹਦੇ 4 ਟੁਕੜੇ ਕਰਕੇ ਦਿੱਲੀ ਦੇ 4 ਦਰਵਾਜ਼ਿਆਂ ਦੇ ਟੰਗ ਦਿੱਤੇ ਜਾਣ। ਲੋਕਾਂ ਨੂੰ ਪਤਾ ਲੱਗ ਜੇ ਕਿ ਜਿਹੜੇ ਇਸ ਮਾਰਗ ਤੇ ਤੁਰੇਗਾ ਉਹਦਾ ਇਹ ਹਾਲ ਹੋਵੇਗਾ। ਇਤਿਹਾਸ ਕਹਿੰਦਾ ਭਾਈ ਜੈਤਾ ਜੀ, ਭਾਈ ਉਹਦਾ ਜੀ ਇਕੱਠੇ ਹੁੰਦੇ ਨੇ। ਆਗਿਆ ਰਾਮ ਉਹਨਾਂ ਦਾ ਬਾਪੂ ਹੈ ਭਾਈ ਜੈਤਾ ਜੀ ਦਾ। ਸਲਾਹ ਕਰਦੇ ਨੇ ਰਾਤ ਨੂੰ, ਹਨੇਰੀ ਚੱਲ ਰਹੀ ਹੈ, ਬੜਾ ਡਰਾਉਣਾ ਜਿਹਾ ਵਾਤਾਵਰਣ ਬਣ ਗਿਆ ਹੈ। ਔਰ ਉਹ ਜਿਹੜਾ ਪ੍ਰੋਗਰਾਮ ਸਤਿਗੁਰੂ ਜੀ ਦੇ ਸਰੀਰ ਨੂੰ ਆਸੇ-ਪਾਸੇ ਟੰਗਣ ਦਾ ਸੀ, ਅਗਲੇ ਦਿਨ ਤੇ ਪਾ ਦਿੱਤਾ ਗਿਆ। ਇਹ ਸਿੱਖ ਇਕੱਠੇ ਹੁੰਦੇ ਨੇ, ਰਾਤ ਨੂੰ ਸਲਾਹ ਕਰਦੇ ਨੇ। ਪਤਾ ਲੱਗਿਆ ਭਾਈ ਲੱਖੀ ਸਾਹਿਬ ਵਣਜਾਰੇ ਦਾ ਵੀ ਕਾਫਲਾ ਆਇਆ ਹੋਇਆ ਹੈ। ਭਾਈ ਲੱਖੀ ਸਾਹਿਬ ਜੀ ਲਾਲ ਕਿਲੇ ਵਿੱਚ ਆਪਣੇ ਗੱਡੇ ਲੈ ਕੇ ਰਸਮਸਤ ਲੈ ਕੇ ਆਏ ਸਨ। ਬੜੇ ਤਗੜੇ ਕੰਟਰੈਕਟਰ ਸਨ, ਤਕਰੀਬਨ 100 ਗੱਡਾ ਇੱਥੇ ਆਇਆ ਸੀ। ਉਹਨਾਂ ਨਾਲ ਸਲਾਹ ਮਸ਼ਵਰਾ ਹੁੰਦਾ ਹੈ, ਸਾਰੀ ਵਿਉਂਤ ਬਣਾਈ ਜਾਂਦੀ ਹੈ। ਇਸੇ ਹਨੇਰ ਗੱਦੀ 'ਚ ਭਾਈ ਜੈਤਾ ਜੀ ਸਤਿਗੁਰੂ ਜੀ ਦੇ ਪਵਿੱਤਰ ਸੀਸ ਨੂੰ ਉਠਾ ਲੈਂਦੇ ਨੇ। ਉਦੋਂ ਬਾਅਦ ਗੱਡੇ ਤੁਰਦੇ ਨੇ। 100 ਗੱਡਾ ਕੋਈ ਛੋਟੀ ਮੋਟੀ ਗੱਲ ਨਹੀਂ, ਕੱਚਾ ਰਾਹ ਸੀ, ਇੱਧਰ ਨੂੰ ਹੀ ਆਉਣਾ ਸੀ ਜਿੱਧਰ ਸੀਸਗੰਜ ਸਾਹਿਬ ਗੁਰਦੁਆਰਾ ਹੈ। ਵਿਉਂਤ ਇੱਦਾਂ ਬਣਾਈ ਕਿ ਜਿਵੇਂ ਬਲਦ ਬੇਕਾਬੂ ਨਹੀਂ ਹੋ ਜਾਂਦੇ ਗੱਡੇ, ਇਸ ਤਰੀਕੇ ਨਾਲ 2-4 ਗੱਡੇ ਇੱਧਰ ਨੂੰ ਭਜਾਏ, 2-4 ਇੱਧਰ ਨੂੰ। ਹਨੇਰੀ ਪਹਿਲਾਂ ਵਗ ਰਹੀ ਸੀ, ਜਿਹੜੇ ਉੱਥੇ ਸਿਪਾਹੀ ਖੜੇ ਸਨ ਉਹ ਦੂਰ ਚਲੇ ਗਏ। ਇਸੇ ਹੀ ਅਰਦਗਰਦ ਦੇ ਵਿੱਚ ਇੱਕ ਗੱਡਾ ਰੂਹ ਨਾਲ ਲੱਦਿਆ ਵਿੱਚ ਆਉਂਦਾ ਹੈ। ਭਾਈ ਨਗਾਈਆ ਜੀ ਹੋਰ ਸਿੱਖ ਸਤਿਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਉਸ ਗੱਡੇ 'ਚ ਟਿਕਾ ਕੇ ਅੱਗੇ ਲੈ ਜਾਂਦੇ। ਬਾਕੀ ਗੱਡੇ ਉੱਥੇ ਗੇੜੀਆਂ ਕੱਢਦੇ ਰਹਿੰਦੇ ਨੇ, ਸਹਿਜੇ ਸਹਿਜੇ ਅੱਗੇ ਜਾਂਦੇ ਨੇ। ਘਰ ਜਾ ਕੇ ਭਾਈ ਲੱਖੀ ਸ਼ਾਹ ਜੀ ਸਤਿਗੁਰੂ ਜੀ ਦੇ ਸਰੀਰ ਦਾ ਘਰ ਨੂੰ ਅੱਗ ਲਾ ਕੇ ਸੰਸਕਾਰ ਕਰ ਦਿੰਦੇ ਨੇ। ਭਾਈ ਜੈਤਾ ਜੀ ਉੱਥੋਂ ਤੁਰਦੇ ਨੇ, ਬਾਗਪਤ ਠਹਿਰਦੇ ਨੇ। ਉਦੋਂ ਬਾਅਦ ਬੱਡ ਖਾਲਸਾ ਠਹਿਰਦੇ ਨੇ, ਤਰਾਵੜੀ ਠਹਿਰਦੇ ਨੇ, ਅੰਬਾਲੇ ਵਿੱਚ ਇੱਕ ਪੜਾਅ ਕਰਦੇ ਨੇ, ਨਾਢਾ ਸਾਹਿਬ ਜੀਰਕਪੁਰ ਦੇ ਕੋਲ ਇੱਥੇ ਪੜਾਅ ਕਰਦੇ ਨੇ। 5ਵੇਂ ਥਾਂ ਤੇ ਕੀਰਤਪੁਰ ਸਾਹਿਬ ਪਹੁੰਚਦੇ ਨੇ। ਇੱਥੋਂ ਕਲਗੀਧਰ ਪਾਤਸ਼ਾਹ ਜੀ ਆਪ ਅੱਗੋਂ ਦੀ ਪਾਲਕੀ 'ਚ ਗੁਰੂ ਕੇ ਸੀਸ ਨੂੰ ਲੈ ਕੇ ਆਉਂਦੇ ਨੇ ਤੇ ਅਨੰਦਪੁਰ ਸਾਹਿਬ ਜਿੱਥੇ ਗੁਰੂ ਦਾ ਸੀਸਗੰਜ 'ਤੇ ਸੰਸਕਾਰ ਹੁੰਦਾ। ਇਹ ਕਰਾਮਾਤ ਨਹੀਂ ਹੈ ਕਿ ਸਾਰੀ ਹਕੂਮਤ ਜ਼ੋਰ ਲਾ ਹਟੀ ਹੈ ਕਿ ਇਹਨਾਂ ਦੇ ਸਰੀਰ ਨੂੰ ਕੋਈ ਹੱਥ ਨਾ ਲਾਏ, ਲੇਕਿਨ ਹਕੂਮਤ ਦੇ ਹੱਥ ਕੁਝ ਨਹੀਂ ਲੱਗਦਾ। ਇਹਦੋਂ ਵੱਡੀ ਕਰਾਮਾਤ ਕੀ ਹੈ? ਕੋਈ ਮਨੁੱਖ ਜਿਹੜਾ ਹੈ ਹੱਸ ਕੇ ਮੌਤ ਨੂੰ ਪ੍ਰਵਾਨ ਕਰ ਲੇ। ਧਾਰਮਿਕ ਲੋਕਾਂ ਨੇ ਤੇ ਕਰਾਮਾਤ ਇਹਨੂੰ ਕਿਹਾ ਮੌਤ ਤੋਂ ਬਚਣ ਨੂੰ। ਔਰ ਤੁਸੀਂ ਧਰਮ ਦੀ ਦੁਨੀਆ ਜਾਓ, ਮੌਤ ਦੇ ਨਾਂ ਤੇ ਡਰਾਇਆ ਜਾਂਦਾ ਹੈ, ਮੌਤ ਤੋਂ ਬਚਣ ਦੇ ਉਪਾਅ ਦੱਸੇ ਜਾਂਦੇ ਨੇ, ਮਨੁੱਖ ਨੂੰ ਬੁਜ਼ਦਿਲ ਬਣਾਇਆ ਜਾਂਦਾ ਹੈ। ਮੌਤ ਡਰਾਉਣੀ ਨਹੀਂ ਸੀ, ਧਾਰਮਿਕ ਲੋਕਾਂ ਨੇ ਡਰਾਉਣੀ ਬਣਾ ਦਿੱਤੀ। ਗੁਰੂ ਸਾਹਿਬ ਜੀ ਨੇ ਲੋਕਾਂ ਦੇ ਅੰਦਰੋਂ ਡਰ ਕੱਟਿਆ। ਸਤਿਗੁਰੂ ਜੀ ਸਮਾਜ ਵਿੱਚ ਸ਼ਾਂਤੀ ਪ੍ਰਚਾਰਨ ਦੇ ਲਈ, ਏਕਤਾ ਬਰਾਬਰਤਾ ਪ੍ਰਚਾਰਨ ਦੀ, ਮਨੁੱਖਤਾ ਦੀ ਸੁਤੰਤਰਤਾ ਦੀ ਗੱਲ ਕਰਨ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਲਗਾ ਦਿੱਤਾ। ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਉਹ ਕਿਹੜੀ ਕਿਰਿਆ ਹੈ? ਪਹਿਲੀ ਗੱਲ ਹੈ ਕਿ ਜਿਸ ਚੀਜ਼ ਦੇ ਪ੍ਰਤੀ ਤੁਹਾਡਾ ਕੋਈ ਵਿਸ਼ਵਾਸ ਨਹੀਂ ਹੈ, ਆਸਥਾ ਨਹੀਂ ਹੈ, ਤਿਲਕ ਜੰਜੂ ਨਾਲ ਗੁਰਮਤਿ ਦਾ ਕੋਈ ਵਾਸਤਾ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੇ ਉਸ ਵੇਲੇ ਆਪਣਾ ਜੰਜੂ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ, ਲੇਕਿਨ ਕਿਉਂਕਿ ਇਹ ਜ਼ਬਰਦਸਤੀ ਉਤਾਰਿਆ ਜਾ ਰਿਹਾ ਹੈ, ਕਿਸੇ ਦਾ ਧਰਮ ਬਰਬਾਦ ਕੀਤਾ ਜਾ ਰਿਹਾ ਹੈ।
गुरु साहब जी ने ਜ਼ਬਰਦਸਤੀ ਉਤਰਨ ਨਹੀਂ ਦਿੱਤਾ। ਲਾਲਾ ਦੌਲਤ ਰਾਏ ਕਹਿੰਦੇ ਮੈਂ ਸੁਣਿਆ ਉਲਟੀ ਗੰਗਾ ਹੁੰਦੀ ਹੈ ਪਰ ਅਰਥਾਂ ਦਾ ਨਹੀਂ ਸੀ ਪਤਾ। ਜਦ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਪੜ੍ਹਦਾ ਸੁਣਿਆ ਸੀ ਕਿ ਜਿਨੇ ਕਾਤਲ ਜਿਹੜਾ ਹੈ ਕਤਲ ਕਰਨਾ ਹੁੰਦਾ, ਜਲਾਦ ਨੇ ਜਿਨੇ ਕਤਲ ਹੋਣਾ ਉਹਦੇ ਘਰ ਵੱਲ ਨੂੰ ਜਾਂਦਾ। ਪਰ ਇਹ ਪਹਿਲੀ ਗੱਲ ਹੈ ਕਿ ਜਿਨੇ ਕਤਲ ਹੋਣਾ ਉਹ ਆਪ ਕਤਲਗਾਹ ਵੱਲ ਨੂੰ ਜਾ ਰਿਹਾ, ਹੱਸ ਕੇ ਕਤਲ ਹੋਣ ਲਈ ਜਾ ਰਿਹਾ। ਇਹ ਤੇ ਗੁਰੂ ਨਾਨਕ ਦੇ ਘਰ ਦੀ ਉਲਟੀ ਗੰਗਾ ਹੈ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਵਡਿਆਈ ਕਰਦੇ ਆ, ਸਾਹਿਬ ਕਹਿੰਦੇ ਧਰਮ ਹਿਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਉਸ ਸਿਰੜ ਦੇ ਉੱਪਰ ਹੀ ਸਿੱਖੀ ਦੀ ਉਸਾਰੀ ਹੋਈ ਹੈ। ਉਸ ਸਿਰੜ ਤੋਂ ਬਾਅਦ ਗੁਰਸਿੱਖਾਂ ਦੇ ਅੰਦਰ ਦ੍ਰਿੜਤਾ ਹੁੰਦੀ ਹੈ। ਜਦੋਂ ਵੀ ਸਿੱਖ ਲੜਾਈਆਂ 'ਚ ਜਾਂਦੇ ਨੇ, ਵਿਰੋਧੀ ਇਹ ਗੱਲ ਪੁੱਛਦੇ ਨੇ ਤੁਸੀਂ ਸਾਡੇ ਨਾਲੋਂ ਥੋੜ੍ਹੇ ਹੋ, ਕਮਜ਼ੋਰ ਹੋ, ਫਿਰ ਇੰਨੀ ਬਹਾਦਰੀ ਨਾਲ ਲੜਦੇ ਕਿਵੇਂ ਹੋ? ਤੇ ਸਿੱਖ ਇੱਕੋ ਹੀ ਗੱਲ ਦਾ ਉੱਤਰ ਦਿੰਦੇ, ਜਦੋਂ ਅਸੀਂ ਮੈਦਾਨੇ ਜੰਗ ਜਾਂਦੇ ਹਾਂ ਨਾ, ਸਾਨੂੰ ਅੱਗੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਨਜ਼ਰ ਆਉਂਦਾ ਹੈ, ਮਗਰ ਅਸੀਂ ਫਿਰ ਤਲਵਾਰ ਵਾਹੀ ਚਲੇ ਜਾਂਦੇ ਹਾਂ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੇ ਲੋਕਾਂ 'ਚ ਇੱਕ ਨਵਾਂ ਜੋਸ਼ ਪੈਦਾ ਕੀਤਾ। ਸਿਆਣੇ ਕਹਿੰਦੇ ਬੰਦਾ ਰੋਗੀ ਹੋ ਜਾਏ, ਕਮਜ਼ੋਰ ਹੋ ਜਾਏ ਨਾ, ਫਿਰ ਆਪਾਂ ਉਹਨੂੰ ਖੂਨ ਚਾੜਦੇ ਹਾਂ, ਗਲੂਕੋਜ਼ ਦਿੰਦੇ ਹਾਂ, ਉਹਨੂੰ ਅਸੀਂ ਵਿਟਾਮਿਨ ਦਿੰਦੇ, ਹੋਰ ਦਵਾਈਆਂ ਦਿੰਦੇ, ਮਾਲਸਾਂ ਕਰਦੇ ਹਾਂ, ਉਹਦੇ 'ਚ ਫਿਰ ਤਾਕਤ ਆਉਂਦੀ ਹੈ। ਪਰ ਜਦੋਂ ਸਮਾਜ, ਜਦੋਂ ਕੌਮ ਕਮਜ਼ੋਰ ਹੋ ਜਾਏ, ਸ਼ਹੀਦ ਆਪਣਾ ਖੂਨ ਦੇ ਕੇ ਉਹਦੇ 'ਚ ਇੱਕ ਨਵੀਂ ਜੀਵਨ ਰੌਂ ਪੈਦਾ ਕਰਦੇ ਨੇ। ਜਲ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪੜ ਲੱਥਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ। ਔਰ ਗੁਰੂ ਸਾਹਿਬ ਜੀ ਨੇ ਦੱਸਿਆ ਹੈ ਕਿ ਆਪਣੇ ਆਪ ਤੋਂ ਕੁਰਬਾਨੀ, ਆਪਣੀ ਕੁਰਬਾਨੀ ਤੋਂ ਵੱਡੀ ਕੋਈ ਕਰਾਮਾਤ ਨਹੀਂ ਹੈ। ਭਾਵੇਂ ਆਪਣੇ ਅੰਦਰੋਂ ਹੰਕਾਰ ਨੂੰ ਮਾਰਨ ਦੀ ਗੱਲ ਹੈ ਤੇ ਭਾਵੇਂ ਸਮਾਜ ਦੀ ਖਾਤਰ ਆਪਣੇ ਸਰੀਰ ਨੂੰ ਕੁਰਬਾਨ ਕਰਨ ਦੀ ਗੱਲ ਹੈ, ਇਹ ਸਭ ਤੋਂ ਵੱਡੀ ਕਰਾਮਾਤ ਹੈ। ਹੋਰ ਨਾਟਕਾਂ ਚੇਟਕਾਂ में ਅਗਰ ਸਤਿਗੁਰੂ ਜੀ ਨੇ ਸਾਨੂੰ ਨਹੀਂ ਪਾਇਆ। ਮਨੁੱਖ ਨੂੰ ਤੇ ਰੱਬ ਨੇ ਬਹੁਤ ਕੁਝ ਦਿੱਤਾ ਹੈ, ਕਮੀ ਕਿਸੇ ਚੀਜ਼ ਦੀ ਨਹੀਂ ਹੈ। ਅਸੀਂ ਕਿਹੜੀ ਕਰਾਮਾਤ ਨੂੰ ਡਿੱਗਦੇ ਹਾਂ? ਸਿਰਫ ਗੁਰੂ ਕੀ ਬਾਣੀ ਰਾਹੀਂ ਪ੍ਰਮਾਤਮਾ ਦੇ ਭਰੋਸੇ 'ਚ ਆ ਜਾਈਏ। ਉਸ ਨਿਰਾਸ਼ ਸਮਾਜ ਵਿੱਚ ਜਿਹੜਾ ਇਹ ਗੱਲ ਕਹਿੰਦਾ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ। ਮਹਾਰਾਜ ਜੀ ਕੋਈ ਤਾਕਤ ਨਹੀਂ ਸਾਡੇ 'ਚ, ਬੜੇ ਬੰਧਨਾਂ 'ਚ ਜਕੜੇ ਗਏ ਆ ਮਹਾਰਾਜ ਜੀ, ਉਹ ਅਸੀਂ ਕਮਜ਼ੋਰ ਹੋ ਗਏ ਆ। ਉਸ ਸਮਾਜ ਨੂੰ ਸਤਿਗੁਰੂ ਜੀ ਕਹਿੰਦੇ ਡਰਨ ਦੀ ਲੋੜ ਨਹੀਂ, ਬਲ ਹੋਵਾ ਬੰਧਨ ਛੁਟੇ ਸਭ ਕੁਛ ਹੋਤ ਉਪਾਏ। ਕਹੋ ਨਾਨਕਾ ਵੋਟ ਹਰ ਗਾਜਿਓ ਹੋ ਸਹਾਏ। ਬਲ ਵੀ ਪੈਦਾ ਹੋ ਜਾਏਗਾ, ਬੰਧਨ ਵੀ ਟੁੱਟ ਜਾਣਗੇ, ਸਾਰੇ ਰਸਤੇ ਵੀ ਮਿਲ ਜਾਣਗੇ। ਪਰ ਜੇ ਅਸੀਂ ਇੱਕ ਪਰਮਾਤਮਾ ਦਾ ਆਸਰਾ ਲਵਾਂਗੇ। ਸਤਿਗੁਰੂ ਜੀ ਮਿਹਰ ਕਰਨ। ਉਹਨਾਂ ਮਹਾਨ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਤੇ ਉਹਨਾਂ ਸ਼ਹੀਦਾਂ ਦੇ ਸਿਰ 'ਤੇ ਕੌਮਾਂ ਦੇ ਜਿਹੜੇ ਮਹੱਲ ਨੇ ਉਹ ਖੜੇ ਹੁੰਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪਿਆਰ ਦੇ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣੋ ਜੀ। ਭੁੱਲ ਚੁੱਕ ਦੀ ਖਿਮਾ ਕਰਦਿਆਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ